ਉਹਦੇ ਵਿੱਚੋਂ ਜੇ ਕੋਈ ਘਾਟਾ ਪੈ ਗਿਆ ਪੈਸੇ ਦੇਊਂਗਾ, ਖਰਚਾ ਦੇਵੋਗੇ? ਹਾਂ, ਜਿੰਨਾ ਘਾਟਾ ਪੈ ਗਿਆ ਉਹਨਾਂ ਪੈਸਾ ਮੈਂ ਦੇਊਂ। ਠੀਕ ਹੈ, ਇਹ ਤਾਂ ਆਪਣੀ ਗਰੰਟੀ ਹੈ। ਜਿਹੜੇ 2.5 ਲੱਖ ਰੁਪਇਆ ਤਨਖਾਹ ਲੈਂਦੇ ਆ, ਤੁਹਾਡੇ ਖੇਤ ਮੂਤਣ ਵੀ ਨਹੀਂ ਆਉਂਦੇ, ਉਹ ਸਾਡੇ ਖੇਤ ਮੂਤਣ ਵੀ ਨਹੀਂ ਆਉਂਦੇ ਤੇ ਉਹ ਸਾਨੂੰ ਸਲਾਹਾਂ ਦਿੰਦੇ ਆ ਵੀ ਜਿਹੜੀ ਪਰਾਲੀ ਖੇਤਾਂ 'ਚ ਸੜ ਕੇ ਪ੍ਰਦੂਸ਼ਣ ਕਰਦੀ ਆ ਜੀ, ਕੀ ਉਹ ਪਰਾਲੀ ਫੈਕਟਰੀ 'ਚ ਸੜ ਕੇ ਮਹਿਕਾਂ ਵੜਦੀ ਜੀ ਕਿ ਆਕਸੀਜਨ ਵਧਾਉਂਦੀ ਆ? ਤਾਂ ਜਦੋਂ ਕਿਸਾਨ ਨੇ ਹੱਲ ਕੱਢਿਆ ਤਾਂ ਸਿਰਫ 700 ਰੁਪਏ 'ਚ ਤੁਸੀਂ ਵਿਹਲੇ ਹੋ ਜਾਂਦੇ ਹੋ ਕਣਕ ਬੀਜ ਬਿਜਾਈ ਕਰਕੇ। ਤੇ ਜਦੋਂ ਸਰਕਾਰ ਹੱਲ ਦਿੰਦੀ ਆ ਤੇ ਜਿਹੜੀਆਂ ਉਹ ਮਸ਼ੀਨਾਂ ਦਿੰਦੀ ਉਹਨਾਂ ਦਾ ਵਿਆਜ ਹੀ ਤੁਹਾਨੂੰ ਮਾਰ ਲੂ। ਤੇ ਨਾਲੇ ਮੋਦੀ ਨੂੰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੀ ਔਕਾਤ ਦਿਖਾ ਦਿਓ ਵੀ ਤੁਹਾਡੇ ਪੱਲੇ ਕੱਖ ਨਹੀਂ ਤੇ ਅਸੀਂ ਕਿਸਾਨ ਆ, ਅਸੀਂ ਦੁਨੀਆ ਦੇ ਪਹਿਲੇ ਵਿਗਿਆਨੀ ਆ। 5 ਕਿੱਲੇ ਹੋਰ ਬੀਜਤੇ ਜੀ ਤੇ 7 ਕਿੱਲੇ ਉਹਦੇ ਕੋਲੇ ਸਾਰੀ ਪੈਲੀ ਜੀ। 1 ਕਿੱਲਾ ਤਾਂ ਜੱਟ ਦਾ ਪੱਠਿਆਂ ਦੱਥਿਆਂ 'ਚ ਹੀ ਜਾ ਵੜਦਾ, ਮੋਟਰ ਵਾਲੇ ਕੋਠੇ 'ਚ ਹੀ ਜਾ ਵੜਦਾ। ਤੇ ਪਿੱਛੇ ਜਿਹੜੇ 6 ਕਿੱਲੇ ਬਚੇ ਸੀ ਉਹ ਸਾਰੇ ਇਸ ਤਰੀਕੇ ਨਾਲ। ਤੇ ਝਾੜ ਪਤਾ ਕਿੰਨਾ ਆਇਆ ਉਹਦਾ? 23.5 ਕੁਆਂਟਲ ਪ੍ਰਤੀ ਏਕੜ। ਸਤਿ ਸ੍ਰੀ ਅਕਾਲ ਜੀ, ਤੁਸੀਂ RMB ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਤੁਹਾਡਾ ਦੋਸਤ ਜਸ ਗਰੇਵਾਲ। ਪੰਜਾਬ ਅੱਜ ਕਿਸ ਮੋੜ ਤੇ ਖੜਾ ਆ ਤੇ ਇਸ ਮੋੜ ਤੇ ਕਿਉਂ ਆ ਇਹ ਦੱਸਣ ਦੀ ਜ਼ਰੂਰਤ ਨਹੀਂ, ਤੇ ਇਸ ਮੋੜ ਤੋਂ ਬਾਅਦ ਪੰਜਾਬ ਕੀ ਮੋੜ ਲੈ ਸਕਦਾ ਆ, ਇਤਿਹਾਸ ਇਸ ਚੀਜ਼ ਦਾ ਗਵਾਹ ਆ। ਪਰ ਵੱਡੀ ਗੱਲ ਇਹ ਖੜੀ ਹੁੰਦੀ ਹੈ ਕਿ ਪੰਜਾਬ ਇਸ ਮੋੜ ਤੇ ਕਿਉਂ ਆ, ਸਾਡੀ ਕਿਸਾਨੀ ਇਸ ਮੋੜ ਤੇ ਕਿਉਂ ਆ। ਕਿਸਾਨੀ ਇਸ ਮੋੜ ਤੇ ਉਹਨਾਂ ਫਰਮਾਨਾਂ ਦੇ ਕਾਰਨ ਜਿਹੜੇ ਫਰਮਾਨ ਜਾਰੀ ਕਰ ਦਿੱਤੇ ਗਏ, ਜਿਵੇਂ ਕਹਿ ਲਈਏ ਫਰਮਾਨ ਥੋਪ ਦਿੱਤੇ ਗਏ ਤੇ ਉਹਨਾਂ ਨੂੰ ਮੰਨਣ ਦੇ ਲਈ ਕਿਹਾ ਗਿਆ ਕਿ ਤੁਹਾਨੂੰ ਮੰਨਣਾ ਹੀ ਪੈਣਾ ਆ। ਉਹ ਫਰਮਾਨ ਹਾਲੇ ਕਿਸੇ ਤਣ ਪੱਤਣ ਕਿਸੇ ਕਿਨਾਰੇ ਨਹੀਂ ਲੱਗੇ ਸੀ, ਉਸ ਤੋਂ ਬਾਅਦ ਹੋਰ ਫਰਮਾਨ ਜਾਰੀ ਹੁੰਦੇ ਆ। ਕਿਸਾਨਾਂ ਦਾ, ਨੌਜਵਾਨਾਂ ਦਾ ਰੋਸ ਜਿਹੜਾ ਆ ਉਸ ਤੋਂ ਬਾਅਦ ਹੋਰ ਵੱਧ ਚੜ ਕੇ ਸਾਹਮਣੇ ਆਉਂਦਾ ਆ। ਉਹ ਫਰਮਾਨ ਜਿਹੜੇ ਨੇ ਪਰਾਲੀ ਨੂੰ ਅੱਗ ਲੱਗਣ ਤੇ 1 ਕਰੋੜ ਤੱਕ ਦਾ ਜੁਰਮਾਨਾ ਤੇ 5 ਸਾਲ ਤੱਕ ਦੀ ਸਜ਼ਾ। ਅਸਲ ਦੇ ਵਿੱਚ ਇੱਕ ਗੱਲ ਇੱਥੇ ਮੈਂ ਪੁੱਛਣੀ ਲਾਜ਼ਮੀ ਸਮਝੂੰਗਾ ਕਿ ਵਾਕਿਆ ਦੇ ਵਿੱਚ ਇਹ ਹੱਲ ਹੈਗਾ? ਅਸੀਂ ਕਿਸੇ ਨੂੰ ਡਰਾ ਕੇ, ਧਮਕਾ ਕੇ, ਦਬਾ ਕੇ ਕਿਸੇ ਚੀਜ਼ ਦਾ ਹੱਲ ਕਰ ਸਕਦੇ ਹਾਂ? ਜੇਕਰ ਸੁੱਧੀ ਬੁੱਧੀ ਨਾਲ ਸੋਚਿਆ ਜਾਵੇ, ਸਹੀ ਸੋਚ ਨਾਲ ਸੋਚਿਆ ਜਾਵੇ ਤਾਂ ਮੈਨੂੰ ਲੱਗਦਾ ਨਹੀਂ। ਮੈਂ ਆਪਣੇ ਨਜ਼ਰੀਏ ਤੋਂ ਕਹੂੰਗਾ ਕਿ ਨਹੀਂ, ਇਹ ਹੱਲ ਨਹੀਂ ਆ। ਤਾਂ ਫਿਰ ਹੱਲ ਹੈ ਕੀ? ਇਸ ਬਾਬਤ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਖੇਤੀਬਾੜੀ ਮਾਹਿਰ ਬਾਈ ਗੁਰਪ੍ਰੀਤ ਸਿੰਘ ਦਵੜੀ ਖੰਨਾ ਹੋਣਗੇ। ਬਾਈ ਜੀ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਬਾਈ ਜੀ ਦਾ ਸਵਾਗਤ ਕਰਦੇ ਹਾਂ। ਦਵੜੀ ਖੰਨਾ ਸਾਹਿਬ, ਸਤਿ ਸ੍ਰੀ ਅਕਾਲ। ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ। ਦਵੜੀ ਖੰਨਾ ਸਾਹਿਬ, ਜਿਵੇਂ ਮੈਂ ਫਰਮਾਨਾਂ ਦੀ ਗੱਲ ਕੀਤੀ ਆ, ਪਿਛਲੇ ਫਰਮਾਨਾਂ ਤੇ ਆਪਾਂ ਪਿਛਲੀ ਲੰਬੀ ਮੁਲਾਕਾਤ ਕੀਤੀ ਆ, ਲੰਬੀ ਗੱਲਬਾਤ ਹੋਈ ਆ। ਜਿਹੜੇ ਹੁਣ ਫਰਮਾਨ ਜਾਰੀ ਹੋਏ ਨੇ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ, ਕਿਉਂਕਿ ਕਿਸਾਨਾਂ ਦਾ ਰੋਸ ਜਿਹੜਾ ਹੋਰ ਵੱਧ ਚੜ ਕੇ ਸਾਹਮਣੇ ਆਇਆ। ਪਹਿਲਾਂ ਤਾਂ ਇਹਨਾਂ ਫਰਮਾਨਾਂ ਨੂੰ ਕਿਵੇਂ ਦੇਖਦੇ? ਦੇਖੋ, ਇਹ ਜਿਹੜਾ ਪਰਾਲੀ ਸਾੜਨ ਨੂੰ ਲੈ ਕੇ ਇੱਕ ਤਰਫਾ ਫਰਮਾਨ ਸੁਣਾਇਆ ਨਹੀਂ ਗਿਆ, ਉਹਨੂੰ ਕਾਨੂੰਨ ਦਾ ਰੂਪ ਦੇ ਕੇ ਆਰਡੀਨੈਂਸ ਦੇ ਰੂਪ ਵਿੱਚ ਥੋਪ ਦਿੱਤਾ ਗਿਆ ਜੀ। ਮਤਲਬ ਇਹ ਸਰਕਾਰ ਨੇ ਆਰਡੀਨੈਂਸ ਨੂੰ ਖੇਡ ਬਣਾ ਲਿਆ। ਅਸੀਂ ਲੋਕ ਸਭਾ ਬਣਾਈ ਹੋਈ ਹੈ, ਰਾਜ ਸਭਾ ਬਣਾਈ ਹੋਈ ਹੈ, ਕਾਨੂੰਨ ਉੱਥੇ ਘੜੇ ਜਾਂਦੇ ਆ, ਉੱਥੋਂ ਅੱਗੇ ਉਹਨਾਂ ਨੂੰ ਬਣਾਇਆ ਜਾਂਦਾ ਤੇ ਫਿਰ ਅੱਗੇ ਲਾਗੂ ਹੁੰਦੇ ਆ। ਤੇ ਲੋਕ ਸਭਾ, ਰਾਜ ਸਭਾ ਦੀ ਅਹਿਮੀਅਤ ਹੀ ਕੀ ਰਹਿ ਗਈ? ਜਦੋਂ ਤੁਸੀਂ ਕੋਈ ਵੀ ਮਸਲਾ ਲੈ ਕੇ ਆਉਣੇ ਹੋ ਤਾਂ ਉਹਦੇ ਤੇ ਆਰਡੀਨੈਂਸ ਆ ਜਾਂਦਾ। ਇਹ ਜਿਹੜਾ ਆਰਡੀਨੈਂਸ ਹੈ ਇਹ ਬਿਲਕੁਲ ਵਾਹਿਯਾਤ ਆਰਡੀਨੈਂਸ ਹੈ, ਬਦਲਾਖੋਰੀ ਦੀ ਭਾਵਨਾ ਚੋਂ ਨਿਕਲਿਆ ਹੋਇਆ ਆਰਡੀਨੈਂਸ ਜਾਪਦਾ ਪਿਆ। ਪੰਜਾਬ ਦੇ ਵਿੱਚੋਂ ਉਹਨਾਂ 3 ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜੀ ਰੈਜ਼ਿਸਟੈਂਸ ਖੜੀ ਹੋਈ ਹੈ, ਕਿਸਾਨਾਂ ਦਾ ਭਾਰੀ ਵਿਰੋਧ ਝੱਲਣਾ ਪੈ ਰਿਹਾ ਕੇਂਦਰ ਸਰਕਾਰ ਨੂੰ, ਉਹਦੇ ਕਰਕੇ ਕੇਂਦਰ ਸਰਕਾਰ ਬੁਖਲਾ ਗਈ, ਨਰਿੰਦਰ ਮੋਦੀ ਸਾਹਿਬ ਬੁਖਲਾ ਗਏ। ਤੇ ਇਸ ਬੁਖਲਾਹਟ ਦੇ ਵਿੱਚ ਉਹ ਇੱਕ ਹੋਰ ਕਾਲਾ ਆਰਡੀਨੈਂਸ ਲੈ ਕੇ ਸਾਹਮਣੇ ਆ ਗਏ ਤੇ ਉਹ ਆਰਡੀਨੈਂਸ ਸਾਡੇ ਉੱਤੇ ਥੋਪਣ ਦਾ ਉਹਨਾਂ ਨੇ ਪੂਰਾ ਉਪਰਾਲਾ ਕਰ ਦਿੱਤਾ। ਰਾਸ਼ਟਰਪਤੀ ਨੇ ਉਹਦੇ ਤੇ ਸਾਈਨ ਕਰ ਦਿੱਤੇ ਆ। ਅੱਛਾ, ਸਰਕਾਰ ਕਹਿੰਦੀ ਆ, ਕੇਂਦਰ ਦੁਆਰਾ ਵੀ ਇਹੀ ਕਿਹਾ ਜਾਂਦਾ, ਸਰਕਾਰਾਂ ਦੁਆਰਾ ਕਿਹਾ ਜਾਂਦਾ ਕਿ ਅਸੀਂ ਇਹਨਾਂ ਦੇ ਹੱਲ ਦੇ ਚੁੱਕੇ ਹਾਂ। ਪਰਾਲੀ ਜਿਹੜੀ ਆ ਤੁਸੀਂ ਗੱਠਾਂ ਦੇ ਰੂਪ ਦੇ ਵਿੱਚ ਫੈਕਟਰੀਆਂ ਦੇ ਵਿੱਚ ਪਹੁੰਚਾ ਸਕਦੇ ਹੋ। ਹਾਲਾਂਕਿ ਉਹਦੇ ਵਿੱਚ ਮੈਨੂੰ ਲੱਗਦਾ ਕਿਸਾਨ ਨੂੰ 1000-1500 ਰੁਪਇਆ ਕਿੱਲੇ ਦਾ ਦੇਣਾ ਪੈਂਦਾ, ਪਰ ਕਹਿੰਦੇ ਆ ਤੁਹਾਡੀ ਜਿਹੜੀ ਪਰਾਲੀ ਆ ਉਹ ਸਮਝੂਗੀ ਕਿਤੇ ਜਾ ਕੇ। ਦੇਖੋ, ਸਰਕਾਰ ਜਿਹੜੀ ਹੈਗੀ ਆ ਉਹ ਇਸ ਮਾਮਲੇ ਦੇ ਉੱਤੇ ਬੇਹੱਦ ਸ਼ਾਤਰਾਨਾ ਭੂਮਿਕਾ ਦੇ ਵਿੱਚ ਹੈ।
ਅੱਜ ਤੋਂ ਨਹੀਂ, ਸ਼ੁਰੂ ਤੋਂ ਹੀ। ਜਦੋਂ ਹਰੀ ਕ੍ਰਾਂਤੀ ਵਾਲੇ ਕੁਚੱਕਰ ਦੇ ਵਿੱਚ ਪੰਜਾਬ ਨੂੰ ਫਸਾਇਆ ਗਿਆ ਸੀ, ਉਸ ਕੁਚੱਕਰ ਦਾ ਹਿੱਸਾ ਹੈਗਾ ਕਣਕ ਝੋਨੇ ਦੀ ਖੇਤੀ, ਕਣਕ ਝੋਨੇ ਦਾ ਫਸਲੀ ਚੱਕਰ। ਤਾਂ ਸਰਕਾਰ ਨੇ ਜਦੋਂ ਪੰਜਾਬ ਨੂੰ ਕਣਕ ਝੋਨੇ ਦੇ ਫਸਲੀ ਚੱਕਰ 'ਚ ਫਸਾਇਆ ਸੀ, ਤਾਂ ਉਦੋਂ ਸਰਕਾਰ ਨੂੰ ਇਹ ਧਿਆਨ 'ਚ ਨਹੀਂ ਸੀ ਕਿ ਝੋਨੇ ਦੀ ਤੇ ਕਣਕ ਦੀ ਪਰਾਲੀ ਇੱਕ ਵੱਡਾ ਮੁੱਦਾ ਬਣੇਗੀ, ਉਹਦਾ ਨਿਪਟਾਰਾ ਵੀ ਕਰਨਾ ਜ਼ਰੂਰੀ ਹੋਏਗਾ। ਤੁਸੀਂ ਝੋਨੇ ਨੂੰ ਸਾਡੀ ਫਸਲ ਬਣਾਤਾ, ਪਰ ਝੋਨੇ ਤੋਂ ਪੈਦਾ ਹੋਈ ਪਰਾਲੀ ਦਾ ਨਿਪਟਾਰਾ ਉਹਦਾ ਸਾਨੂੰ ਕੋਈ ਹੱਲ ਦਿੱਤਾ ਨਹੀਂ। ਤੇ ਕਈ ਵਰੇ ਇਦਾਂ ਹੀ ਚੱਲਦਾ ਰਿਹਾ ਤੇ ਫਿਰ ਜਦੋਂ ਆ 15 ਜੂਨ ਵਾਲਾ ਸਿਸਟਮ ਆ ਗਿਆ ਝੋਨਾ ਲਾਉਣ ਦਾ, ਉਹਦੇ ਕਰਕੇ ਝੋਨੇ ਦੀ ਵਾਢੀ ਆ ਜਿਹੜੀ ਉਹ ਅਕਤੂਬਰ ਨਵੰਬਰ ਤੱਕ ਚੱਲੀ ਜਾਂਦੀ ਰਹਿੰਦੀ ਹੈ, ਅਕਤੂਬਰ ਤੋਂ ਸ਼ੁਰੂ ਹੋ ਕੇ। ਤੇ ਸਰਦੀ ਆਉਣ ਕਰਕੇ ਉਹ ਜਿਹੜੀ ਪਰਾਲੀ ਨੂੰ ਅੱਗ ਪਹਿਲਾਂ ਵੀ ਲੱਗਦੀ ਸੀ, ਹੁਣ ਉਹ ਪਰਾਲੀ ਦੀ ਅੱਗ ਜਿਹੜੀ ਹੈਗੀ ਆ ਇੱਕ ਸਮੱਸਿਆ ਦਾ ਰੂਪ ਲੈ ਲੈਂਦੀ ਆ। ਮਤਲਬ ਹਵਾ ਦੇ ਵਿੱਚ ਸਮੌਗ ਬਣ ਜਾਂਦੀ ਆ, ਧੂਏ ਦਾ ਤੇ ਧੁੰਦ ਦਾ ਸੁਮੇਲ ਆ, ਉਹਨੂੰ ਸਮੌਗ ਕਹਿੰਦੇ ਆ। ਜਦੋਂ ਉਹ ਸਮੱਸਿਆ ਵੱਡੇ ਪੱਧਰ ਤੇ ਫੈਲਦੀ ਨਜ਼ਰ ਆਈ, ਤਾਂ ਉਸ ਸਮੱਸਿਆ ਦੇ ਨਿਪਟਾਰੇ ਲਈ, ਹੱਲ ਲਈ ਇਹਨਾਂ ਨੇ ਕੁਝ ਮਸ਼ੀਨੀ ਹੱਲ ਪੇਸ਼ ਕੀਤੇ। ਪਹਿਲਾਂ ਜਿਵੇਂ ਜੀ ਰੋਟਾਵੇਟਰ, ਫਿਰ ਹੈਪੀ ਸੀਡਰ, ਬੇਲਰ, ਫਿਰ ਆ ਗਿਆ ਜੀ ਆਪਣਾ ਸੁਪਰ ਸੀਡਰ। ਇਹੋ ਜਿਹੀਆਂ ਭਾਰੀਆਂ ਮਸ਼ੀਨਾਂ ਵਾਲੇ ਤੇ ਮਹਿੰਗੀਆਂ ਮਸ਼ੀਨਾਂ ਵਾਲੇ ਹੱਲ ਸਰਕਾਰਾਂ ਲੈ ਕੇ ਆਈਆਂ। ਇਹਨਾਂ ਭਾਰੀਆਂ ਮਸ਼ੀਨਾਂ ਨੂੰ ਖਿੱਚਣ ਲਈ ਭਾਰੇ ਤੇ ਮਹਿੰਗੇ ਟਰੈਕਟਰ। ਆਮ ਤੌਰ ਤੇ ਕਿਸਾਨ ਪੰਜਾਬ ਦੇ 35 ਹਾਰਸ ਪਾਵਰ 45 ਹਾਰਸ ਪਾਵਰ ਨਾਲ ਖੇਤੀ ਕਰਦੇ ਪਏ ਸੀ ਟਰੈਕਟਰ ਦੇ ਨਾਲ। ਤੇ ਇਹਨਾਂ ਮਸ਼ੀਨਾਂ ਦੇ ਚੱਕਰ 'ਚ ਉਹਨਾਂ ਨੂੰ ਜਿਹੜਾ ਹੈਗਾ 55 ਹਾਰਸ ਪਾਵਰ 60 ਹਾਰਸ ਪਾਵਰ ਦੇ ਟਰੈਕਟਰ ਵੀ ਖਰੀਦਣ ਦਾ ਇਹਨਾਂ ਨੇ ਪ੍ਰੋਗਰਾਮ ਬਣਾਤਾ। ਹੁਣ ਇਹ ਜਿਹੜਾ ਸਾਰਾ ਪ੍ਰੋਗਰਾਮ ਬਣਿਆ ਮਸ਼ੀਨੀਕਰਨ ਵਾਲਾ, ਇਹਦਾ ਸਭ ਤੋਂ ਵੱਧ ਲਾਹਾ ਜੇ ਕਿਸੇ ਨੂੰ ਮਿਲਣਾ ਸੀ ਤਾਂ ਉਹ ਮਸ਼ੀਨਾਂ ਤੇ ਟਰੈਕਟਰ ਵੇਚਣ ਵਾਲੀਆਂ ਫਰਮਾਂ ਨੂੰ ਮਿਲਣਾ ਸੀ। ਬਿਲਕੁਲ। ਤੇ ਇਹਦੇ ਵਿੱਚੋਂ ਜੇ ਸਭ ਤੋਂ ਵੱਧ ਖੇ ਕਿਸੇ ਨੇ ਖਾਣੀ ਸੀ, ਖੇ ਮਤਲਬ ਕਮਿਸ਼ਨ, ਉਹ ਸੀਗੇ ਸਰਕਾਰ ਦੇ ਸੰਤਰੀ ਤੋਂ ਲੈ ਕੇ ਮੰਤਰੀ, ਜਿਹਦੇ ਵਿੱਚ ਖੇਤੀਬਾੜੀ ਵਿਭਾਗ ਦੇ ਛੋਟੇ ਤੋਂ ਲੈ ਕੇ ਵੱਡੇ ਅਫਸਰ ਤੱਕ ਤੇ ਖੇਤੀਬਾੜੀ ਮੰਤਰੀ ਤੱਕ ਵੀ ਸ਼ਾਮਲ ਹੁੰਦੇ ਆ। ਤਾਂ ਗੇਮ ਬਣਾਈ ਸਬਸਿਡੀਆਂ ਵਾਲੀ। ਸਬਸਿਡੀਆਂ ਦੇ ਨਾਮ ਤੇ ਕਿਸਾਨਾਂ ਨੂੰ ਮਹਿੰਗੀਆਂ ਮਸ਼ੀਨਾਂ ਵੇਚੀਆਂ ਗਈਆਂ। ਜਦੋਂ ਮਹਿੰਗੀਆਂ ਮਸ਼ੀਨਾਂ ਕਿਸਾਨਾਂ ਨੂੰ ਵੇਚੀਆਂ ਗਈਆਂ ਤੇ ਲੱਤ ਕਿਸਾਨਾਂ ਤੇ ਰੱਖੀ ਗਈ ਕਿ ਤੁਹਾਨੂੰ ਸਬਸਿਡੀ ਮਿਲੀ ਹੈ। ਹੁਣ ਸਬਸਿਡੀ ਦੀ ਜਿਹੜੀ ਗੇਮ ਆ ਉਹ ਇੰਨੀ ਕਾਲੀ ਗੇਮ ਹੈ ਕਿ ਇੱਕ ਮਸ਼ੀਨ ਜਿਹੜੀ 45-50 ਹਜ਼ਾਰ ਰੁਪਏ ਦੇ ਵਿੱਚ ਕਿਸਾਨ ਤੱਕ ਪਹੁੰਚਦੀ ਹੋ ਸਕਦੀ ਹੈ ਬਿਨਾਂ ਸਬਸਿਡੀ ਤੋਂ ਪੂਰਾ ਮੁਨਾਫਾ ਲੈ ਕੇ, ਉਹੀ ਮਸ਼ੀਨ ਸਬਸਿਡੀ ਤੇ ਕਿਸਾਨ ਨੂੰ 1.5 ਲੱਖ ਚ ਮਿਲਦੀ ਪਈ ਆ। ਤਾਂ ਇਹ ਜਿਹੜਾ ਉਤਲਾ ਪੈਸਾ ਇਹ ਫਰਮਾਂ ਦੇ ਵਿੱਚ ਤੇ ਸੰਤਰੀ ਤੋਂ ਲੈ ਕੇ ਮੰਤਰੀ ਚ ਵੰਡਿਆ ਗਿਆ। ਮਤਲਬ ਸਬਸਿਡੀ ਦਾ ਨਾਮ ਹੀ ਹੈ, ਸਿਰਫ ਸਬਸਿਡੀ ਦੇ ਨਾਮ ਤੇ ਕਿਸਾਨਾਂ ਨੂੰ ਲੁੱਟਿਆ ਗਿਆ। ਵੱਡੇ ਸ਼ੋਰੂਮ ਦੇ ਵਿੱਚ ਲਿਖਿਆ ਹੁੰਦਾ ਕਿ 50% ਡਿਸਕਾਊਂਟ, ਪਰ ਹੁੰਦਾ ਪੈਸੇ ਉਹਨੇ ਉੱਪਰ ਪੈਸੇ ਲਾ ਦਿੱਤੇ ਜਾਂਦੇ ਆ ਦਿਖਾਏ। ਮੇਰੇ ਵਰਗਾ ਕਈ ਵਾਰੀ ਗਰੀਬ ਬੰਦਾ ਉਹ ਬਾਹਰ ਲਿਖਿਆ ਵੇਖ ਕੇ 50% ਡਿਸਕਾਊਂਟ ਅੰਦਰ ਵੜ ਜਾਂਦਾ ਨਾਈਕੀ ਦੇ ਸ਼ੋਰੂਮ ਚ, ਤੇ ਉਹਨੂੰ ਆਏ ਹੁੰਦਾ ਵੀ ਚੱਲ 2200 ਵਾਲੇ ਬੂਟ 1100 ਦੇ ਮਿਲ ਜਾਣਗੇ। ਉੱਥੇ ਉਹਨਾਂ ਦਾ ਰੇਟ ਹੀ 4500 ਲਿਖਿਆ ਪਿਆ ਹੁੰਦਾ, ਪਹਿਲੀ 7000 ਲਿਖ ਦਿੰਦੇ ਆ। ਠੀਕ ਹੈ, ਤਾਂ ਉਹ ਕਈ ਵਾਰੀ ਪੱਲਿਓਂ ਜਾਣ ਵਾਲੀ ਗੱਲ ਹੋ ਜਾਂਦੀ ਹੈ ਸੇਲ ਦੇ ਉੱਤੇ। ਤਾਂ ਇਦਾਂ ਹੀ ਕਿਸਾਨਾਂ ਨਾਲ ਕੀਤਾ। ਅੱਛਾ, ਹੁਣ ਉਦੋਂ ਬਾਅਦ ਇੱਕ ਹੱਲ ਲੈ ਕੇ ਆ ਗਏ। ਪਹਿਲਾ ਹੱਲ ਵੀ ਫੇਲ, ਉਹਦੇ ਕਰਕੇ 1% ਵੀ ਮਸਲਾ ਹੱਲ ਨਹੀਂ ਹੋਇਆ। ਠੀਕ ਹੈ, ਮਸ਼ੀਨਾਂ ਵਾਲਿਆਂ ਦੇ ਵਾਰੇ ਨਿਆਰੇ ਹੋ ਗਏ, ਪਰ ਪਰਾਲੀ ਦੀ ਸਮੱਸਿਆ ਉੱਥੇ ਦੀ ਉੱਥੇ ਰਹੀ। ਉਦੋਂ ਬਾਅਦ ਇੱਕ ਹੋਰ ਹੱਲ ਲੈ ਕੇ ਆਏ ਜਿਹਦਾ ਤੁਸੀਂ ਜ਼ਿਕਰ ਕੀਤਾ ਕਿ ਫੈਕਟਰੀ 'ਚ ਬਿਜਲੀ ਬਣਾਵਾਂਗੇ ਪਰਾਲੀ ਦੀ। ਪਹਿਲਾਂ ਚੰਨੂ ਇੱਕ ਫੈਕਟਰੀ ਲੱਗ ਗਈ, ਹੁਣ ਆਪਣੇ ਗੁਆਂਢ 'ਚ ਸੇਢਾ ਸਿੰਘ ਵਾਲਾ ਵੀ ਫੈਕਟਰੀ ਲੱਗੀ ਹੋਈ ਹੈ, ਤੇ ਹੋਰ ਵੀ ਕਈ ਫੈਕਟਰੀਆਂ ਲੱਗਣ ਦੀ ਜਿਹੜੀ ਹੈਗੀ ਆ ਵਿਉਂਤ ਬਣੀ ਹੋਈ ਹੈ। ਉਹਨਾਂ ਫੈਕਟਰੀਆਂ ਦੇ ਵਿੱਚ ਪਰਾਲੀ ਜਿਹੜੀ ਹੈਗੀ ਆ ਕਿਸਾਨਾਂ ਤੋਂ ਲੈ ਕੇ ਜਾਂਦੇ ਆ ਫ੍ਰੀ ਆਫ ਕਾਸਟ। ਪਰਾਲੀ ਦਾ ਕਿਸਾਨਾਂ ਨੂੰ ਕੋਈ ਪੈਸਾ ਨਹੀਂ ਮਿਲਦਾ, ਬਲਕਿ ਪਰਾਲੀ ਚੁਕਵਾਉਣ ਵਾਸਤੇ ਕਿਸਾਨਾਂ ਤੋਂ 1 ਤੋਂ 1.5 ਰੁਪਇਆ ਉਹ ਵਸੂਲ ਕਰਦੇ ਆ। ਉਸ ਤੋਂ ਬਾਅਦ ਉਹ ਪਰਾਲੀ ਫੈਕਟਰੀ 'ਚ ਜਾਂਦੀ ਆ, ਤੇ ਫੈਕਟਰੀ 'ਚ ਜਾ ਕੇ ਉਹਦੇ ਨਾਲ ਕੀ ਹੁੰਦਾ, ਉੱਥੇ ਉਹੀ ਕੰਮ ਉੱਥੇ ਹੁੰਦਾ ਜਿਹੜਾ ਅਸੀਂ ਖੇਤ 'ਚ ਕਰਨਾ ਸੀ। ਜੇ ਤਾਂ ਪਰਾਲੀ ਖੇਤ 'ਚ ਸਾੜੀ ਤਾਂ ਪਾਪ, ਫੈਕਟਰੀ 'ਚ ਸਾੜੀ ਤਾਂ ਪੁੰਨ। ਹੁਣ ਜੇ ਕਿਸਾਨ ਆਪਦੇ ਪੈਸੇ ਬਚਾਉਣ ਦੀ ਖਾਤਰ ਉਹਨੂੰ ਖੇਤ 'ਚ ਸਾੜਦਾ, ਉਹ ਤਾਂ ਹੋ ਗਿਆ ਦੋਸ਼ੀ। ਤੇ ਜਿਹੜਾ ਫੈਕਟਰੀ ਵਾਲਾ ਉਹ ਕਿਸਾਨ ਤੋਂ ਪੈਸੇ ਲੈ ਕੇ ਪਰਾਲੀ ਦੇ ਨਿਪਟਾਰੇ ਵਾਸਤੇ
ਫੈਕਟਰੀ 'ਚ ਸਾੜਦਾ ਪਿਆ ਤਾਂ ਉਹ ਹੋ ਗਿਆ ਪੁੰਨ। ਮਤਲਬ ਇਹ ਤਾਂ ਫਿਰ ਧੰਦਾ ਵੀ ਅਸੀਂ ਭਾਈ ਤੁਹਾਡੀ ਪਰਾਲੀ ਦਾ ਚੱਕ ਲਾਂਗੇ 1000-1500 ਲਵਾਂਗੇ, ਸਾੜਾਂਗੇ ਤਾਂ ਅਸੀਂ ਵੀ, ਅਸੀਂ ਗਾਹਾਂ ਜਾ ਕੇ ਫੈਕਟਰੀ 'ਚ ਸਾੜਾਂਗੇ। ਉਹੀ ਗੱਲ ਆ ਨਾ ਵੀ ਜਿਹੜੀ ਪਰਾਲੀ ਖੇਤਾਂ 'ਚ ਸੜ ਕੇ ਪ੍ਰਦੂਸ਼ਣ ਕਰਦੀ ਆ ਜੀ, ਕੀ ਉਹ ਪਰਾਲੀ ਫੈਕਟਰੀ 'ਚ ਸੜ ਕੇ ਮਹਿਕਾਂ ਵੜਦੀ ਜੀ, ਕਿ ਆਕਸੀਜਨ ਵਧਾਉਂਦੀ ਆ? ਜੀ, ਜਿਹੜੀ ਸਿੱਟੇ ਵਾਲੀ ਫੈਕਟਰੀ ਲੱਗੀ ਹੋਈ ਆ ਬਿਜਲੀ ਬਣਾਉਣ ਵਾਲੀ, ਭਾਈ ਸਾਹਿਬ ਮਤਲਬ ਧੂਏ ਦੀ ਜਿਹੜੀ ਹੈ ਨਾ ਲਾਈਨ ਉਹ ਟੁੱਟਦੀ ਨਹੀਂ ਜੀ, ਕਿਲੋਮੀਟਰਾਂ ਤੱਕ ਲੰਬਾ ਉਸ ਧੂਏ ਦਾ ਰੇਲਾ ਹੁੰਦਾ ਜਿਹੜਾ ਹਰ ਵਕਤ ਚੱਲਦਾ ਰਹਿੰਦਾ ਜੀ, ਠੀਕ ਹੈ। ਇਹਦੇ ਇਲਾਵਾ ਉਹਨਾਂ ਫੈਕਟਰੀਆਂ ਦੇ ਵਿੱਚ ਜਦੋਂ ਪਰਾਲੀ ਸਾੜੀ ਜਾਂਦੀ ਹੈ ਤਾਂ ਉਹਦੇ ਵਿੱਚ ਇੱਕ ਕੈਮੀਕਲ ਦਾ ਇਸਤੇਮਾਲ ਵੀ ਹੁੰਦਾ ਤੇ ਉਹ ਕੈਮੀਕਲ ਅੱਗੇ ਜਾ ਕੇ ਕਿੰਨਾ ਡਿਜ਼ਾਸਟਰਸ ਹੋਏਗਾ ਉਹ ਸਾਨੂੰ ਨਹੀਂ ਪਤਾ, ਉਹਦੀ ਅੱਗੇ ਤਬਾਹੀ ਕੀ ਹੋਏਗੀ, ਠੀਕ ਹੈ। ਤੇ ਉਹ ਕੈਮੀਕਲ ਕਰਕੇ ਜਿਹੜੀ ਪਰਾਲੀ ਦੀ ਸਵਾਹ ਉਹ ਨਾ ਖੰਗਰਾਂ 'ਚ ਬਦਲ ਜਾਂਦੀ ਹੈ ਜੀ, ਤਾਂ ਉਹਨੂੰ ਫਿਰ ਅੱਗੇ ਡੰਪ ਕੀਤਾ ਜਾਂਦਾ ਜੀ, ਖੇਤਾਂ 'ਚ ਸੜੀ ਹੋਈ ਪਰਾਲੀ ਦੀ ਸਵਾਹ ਖੇਤ ਦੇ ਕੰਮ ਤਾਂ ਆ ਜਾਂਦੀ ਹੈ ਨਾ ਜੀ, ਫੈਕਟਰੀ 'ਚ ਸੜੀ ਹੋਈ ਜਿਹੜੀ ਪਰਾਲੀ ਦੀ ਸਵਾਹ ਉਹ ਖੇਤ ਦੇ ਕੰਮ ਨਹੀਂ ਆ ਸਕਦੀ, ਉਹਨੂੰ ਤੁਸੀਂ ਭਰਤ ਪਾਉਣ ਦੇ ਕੰਮ ਲੈਂਦੇ ਹੋ ਤੇ ਉਹ ਜਿਹੜੀ ਭਰਤ ਪਾਈ ਆ ਕੈਮੀਕਲ ਵਾਲੀ ਸਵਾਹ ਦੀ ਅੱਗੇ ਜਾ ਕੇ ਉਹ ਕੀ ਤਬਾਹੀ ਕਰੇਗੀ ਉਹਦਾ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ। ਇਸ ਕਰਕੇ ਸਰਕਾਰ ਜਿਹੜਾ ਇਹ ਲੈ ਕੇ ਆਈ ਆ ਫੈਕਟਰੀਆਂ ਵਾਲਾ ਸਿਸਟਮ, ਇਹਦੇ ਵਿੱਚ ਵੀ ਜੇ ਸਭ ਤੋਂ ਵੱਧ ਕਿਸੇ ਦਾ ਫਾਇਦਾ ਹੋ ਰਿਹਾ ਤਾਂ ਉਹ ਫੈਕਟਰੀ ਮਾਲਕਾਂ ਦਾ। ਅੱਛਾ, ਫੈਕਟਰੀ ਲਾਉਣ ਵਾਸਤੇ ਮਾਲਕ ਨੇ ਪੱਲਿਓਂ ਪੈਸੇ ਨਹੀਂ ਲਾਏ, ਉਹਨੂੰ ਸਰਕਾਰ ਦੀ ਗਾਰੰਟੀ ਤੇ ਬੈਂਕਾਂ ਤੋਂ ਲੋਨ ਮਿਲਦਾ ਬਹੁਤ ਘੱਟ ਵਿਆਜ ਜੀ, ਠੀਕ ਹੈ। ਇਹਦਾ ਮਤਲਬ ਕਿ ਕਿਸਾਨ ਜਿਹੜੇ ਹੈਗੇ ਆ ਉਹ ਤਾਂ ਤੁਸੀਂ ਇਸਤੇਮਾਲ ਕਰਨ ਵਾਸਤੇ ਰੱਖੇ ਹੋਏ ਆ ਤੇ ਕਿਸਾਨਾਂ ਦੇ ਨਾਂ ਤੇ ਵਾਰੇ ਨਿਆਰੇ ਕਰਨੇ ਆ ਵਪਾਰੀਆਂ ਦੇ, ਕਾਰਖਾਨੇਦਾਰਾਂ ਦੇ, ਤੇ ਇਹ ਕਦੋਂ ਤੱਕ ਚੱਲੇਗਾ? ਤੇ ਇਹਦੇ ਖਿਲਾਫ ਜੇ ਸਾਡੇ ਕਿਸਾਨਾਂ 'ਚ ਰੋਸ ਆ ਤਾਂ ਉਹ ਰੋਸ ਜਾਇਜ਼ ਆ। ਅੱਛਾ, ਫਿਰ ਦਬੜੀਖਾਨਾ ਸਾਹਿਬ ਇੱਥੇ ਸਵਾਲ ਖੜਾ ਹੁੰਦਾ ਆ ਕਿ ਸਰਕਾਰ ਨੇ ਜਿਹੜੇ ਦੋ ਹੱਲ ਦਿੱਤੇ ਆ ਉਹ ਜਿਵੇਂ ਆਪਾਂ ਦੱਸਿਆ, ਜੇ ਕਿਸਾਨੀ ਦੇ ਪੱਖ ਤੋਂ ਦੇਖੀਏ, ਇੱਕ ਕਿਸਾਨ ਦੇ ਤੌਰ ਤੇ ਮੈਂ ਸੋਚਾਂ ਜਾਂ ਕਿਸਾਨ ਦੇ ਤੌਰ ਤੇ ਤੁਸੀਂ ਜਿਵੇਂ ਕਿਸਾਨਾਂ ਦੇ ਵਿੱਚ ਵਿਚਰਦੇ ਹੋ, ਤੁਸੀਂ ਸੋਚਦੇ ਹੋ ਤਾਂ ਤੁਸੀਂ ਘਾਟੀ ਮਾਰਤੀ ਕਿ ਯਾਰ ਇਹ ਤਾਂ ਫੇਲ ਆ, ਤਾਂ ਫਿਰ ਹੱਲ ਕੀ ਆ? ਕਿਸਾਨ ਜਾਵੇ ਕਿੱਧਰ ਨੂੰ? ਹੁਣ ਤਾਂ ਇੰਨਾ ਵੱਡਾ ਜੁਰਮਾਨਾ ਹੋ ਗਿਆ, ਉਹਨਾਂ ਨੇ ਤਾਂ ਸੁਣਨਾ ਨਹੀਂ ਤੇ ਆ ਕੇ ਧੌਣ ਫੜ ਲੈਣੀ ਕਿ ਚੱਲ ਵੀ ਮਿੱਤਰਾ ਤੈਨੂੰ ਸਜ਼ਾ ਵੀ ਹੋ ਤੇ ਜੁਰਮਾਨਾ ਵੀ। ਫਿਰ ਇਹਦਾ ਹੱਲ ਕੀ ਆ? ਹੱਲ ਬਹੁਤ ਹੀ ਸੌਖਾ, ਸਸਤਾ ਤੇ ਟਿਕਾਊ ਆ ਜੀ। ਹੱਲ 2017 ਦੇ ਵਿੱਚ ਪੰਜਾਬ ਦੇ ਹੀ ਇੱਕ ਕਿਸਾਨ ਭਰਾ ਸਰਦਾਰ ਗਿਆਨ ਸਿੰਘ, ਪਿੰਡ ਜੈਰਾਮਪੁਰ, ਜ਼ਿਲ੍ਹਾ ਕਪੂਰਥਲਾ, ਫੋਨ ਨੰਬਰ ਹੈਗਾ 9815 94338, ਇਹਨਾਂ ਨੇ ਪੇਸ਼ ਕਰ ਦਿੱਤਾ ਸਫਲਤਾਪੂਰਵਕ ਜੀ। ਉਹਨਾਂ ਨੇ 2017 ਚ ਮਲਚਿੰਗ ਵਿਧੀ ਨਾਲ ਕਣਕ ਦੀ ਬਿਜਾਈ ਕੀਤੀ, ਫੁਰਦਾ ਫੁਰਿਆ ਉਹਨਾਂ ਨੂੰ ਤੇ ਹੱਲ ਨਿਕਲ ਆਇਆ ਕੁਦਰਤ ਵੱਲੋਂ। ਮਲਚਿੰਗ ਵਿਧੀ ਨੂੰ ਹੁਣ ਆਪਾਂ ਗਿਆਨ ਵਿਧੀ ਨਾਲ ਜਾਣਦੇ ਹਾਂ ਕਿਉਂਕਿ ਗਿਆਨ ਸਿੰਘ ਜੀ ਤੋਂ ਇਹ ਵਿਧੀ ਸਾਨੂੰ ਪਤਾ ਲੱਗੀ ਜੀ। ਇਸ ਵਿਧੀ ਤਹਿਤ ਕੀਤਾ ਕੀ ਜਾਂਦਾ, ਝੋਨੇ ਦੀ ਵਾਢੀ ਤੋਂ ਬਾਅਦ ਕੰਬਾਈਨ ਦੁਆਰਾ ਲਾਈਨਾਂ ਦੇ ਵਿੱਚ ਪਿੱਛੇ ਸੁੱਟੀ ਹੋਈ ਜਿਹੜੀ ਪਰਾਲੀ ਆ ਉਹਨੂੰ ਆਪਾਂ ਡੰਡੇ ਨਾਲ ਸੱਜੇ ਖੱਬੇ ਕਰ ਦਿੰਦੇ ਹਾਂ, ਪਤਲੀ ਖਿਲਾਰ ਦਿੰਦੇ ਹਾਂ। ਉਸ ਤੋਂ ਬਾਅਦ ਅਸੀਂ ਜਿਹੜਾ ਕਣਕ ਦੇ ਬੀਜ ਨੂੰ ਸ਼ੁੱਧ ਕਰਕੇ ਬਾਇਓ ਫੰਗੀਸਾਈਡ ਦੇ ਨਾਲ ਤੇ ਉਹਦਾ ਛੱਟਾ ਮਾਰ ਦਿੰਦੇ ਆ। ਜੇ ਤੁਸੀਂ ਕੈਮੀਕਲ ਖੇਤੀ ਕਰਦੇ ਹੋ ਤਾਂ ਉਹਦੇ ਵਿੱਚ DAP ਮਿਲਾਉਂਦੇ ਹੋ ਜੀ, ਉਹਦਾ ਛੱਟਾ ਮਾਰ ਦਿੰਦੇ ਹੋ। ਛੱਟਾ ਮਾਰਨ ਤੋਂ ਬਾਅਦ ਜਿਹੜਾ ਇੱਕ ਸਧਾਰਨ ਸੰਦ ਹਰੇਕ ਪਿੰਡ 'ਚ ਮੌਜੂਦ ਆ ਉਹਨੂੰ ਕਹਿੰਦੇ ਆ ਰੀਪਰ ਜੀ। ਝੋਨੇ ਦੇ ਮੁੱਢ ਵੱਢਣ ਵਾਲੀ ਮਸ਼ੀਨ, ਕਟਰ ਵੀ ਕਹਿ ਦਿੰਦੇ ਆ, ਰੀਪਰ ਵੀ ਕਹਿ ਦਿੰਦੇ ਆ। ਤਾਂ ਛੱਟਾ ਮਾਰਨ ਤੋਂ ਬਾਅਦ ਤੁਸੀਂ ਖੜੇ ਮੁੱਢਾਂ ਦੇ ਵਿੱਚ ਉਹ ਮਸ਼ੀਨ ਚਲਾ ਦੇਣੀ ਹੈ। ਉਹਨੇ ਇਸ ਤਰ੍ਹਾਂ ਜਿਵੇਂ ਜਿਹੜੀ ਪਰਾਲੀ ਆਪਣੇ ਇੱਥੇ ਵਿਛੀ ਹੋਈ ਆ, ਉਹਨੇ ਇਸ ਤਰ੍ਹਾਂ ਪਰਾਲੀ ਕੱਟ ਕੇ ਖੇਤ 'ਚ ਵਿਛਾ ਦੇਣੀ ਆ। ਕਿਤੇ ਕਿਤੇ ਢੇਰੀਆਂ ਬਣ ਗਈਆਂ, ਉਹ ਢੇਰੀਆਂ ਤੁਸੀਂ ਡੰਡੇ ਨਾਲ ਇਕਸਾਰ ਕਰ ਦੇਣੀਆਂ। ਐਦਾਂ ਕਰਕੇ ਤੁਸੀਂ ਖੇਤ 'ਚ ਪਾਣੀ ਛੱਡ ਦੇਣਾ। ਪਾਣੀ ਛੱਡਣ ਤੋਂ ਬਾਅਦ ਤੁਹਾਡਾ ਕੰਮ ਕਣਕ ਬਿਜਾਈ ਦਾ ਮੁਕੰਮਲ ਹੋ ਗਿਆ। ਨਾ ਅੱਗ ਲੱਗੀ, ਨਾ ਕੋਈ ਹੈਪੀ ਸੀਡਰ ਵਰਤਣਾ ਪਿਆ, ਨਾ ਸੁਪਰ ਸੀਡਰ, ਨਾ 55 ਹਾਰਸ, ਨਾ 60 ਹਾਰਸ ਪਾਵਰ ਟਰੈਕਟਰ ਵਰਤਣਾ ਪਿਆ। ਸਰਕਾਰ ਦੀ ਜਿਹੜੀ ਸਕੀਮ ਹੈ ਉਹ ਸਾਈਡ ਲਾਈਨ ਹੋ ਗਈ। ਆਸ਼ਾ ਵੀ ਕੰਮ ਦੇ ਦੂ ਤੇ ਆਸ਼ਾ ਟਰੈਕਟਰ ਇੱਕ ਜੇ ਪੂਰੇ ਪਿੰਡ ਦੇ ਵਿੱਚ 2 ਆਸ਼ੇ ਟਰੈਕਟਰ ਹੋਣ ਤੇ 2 ਰੀਪਰ ਹੋਣ ਤੇ ਅਸੀਂ 20 ਦਿਨਾਂ ਦੇ ਵਿੱਚ ਸਾਰੇ ਪਿੰਡ ਦੀ ਕਣਕ ਮਲਚਿੰਗ ਵਿਧੀ ਨਾਲ ਬੀਜ ਕੇ ਵਿਹਲੇ ਹੋ ਸਕਦੇ ਹਾਂ। ਸਭ ਤੋਂ ਸੌਖਾ, ਸਸਤਾ ਤੇ ਟਿਕਾਊ ਹੱਲ ਸਰਦਾਰ ਗਿਆਨ ਸਿੰਘ ਨੇ ਦੇਤਾ। ਹੁਣ 2017 ਦੇ ਵਿੱਚ ਇਹ ਹੱਲ ਸਾਨੂੰ ਮਿਲਿਆ ਜੀ, ਮੈਨੂੰ ਪਤਾ ਲੱਗਿਆ। ਮੈਂ ਗਿਆਨ ਸਿੰਘ ਜੀ ਨਾਲ ਸੰਪਰਕ ਕੀਤਾ ਤੇ ਸਾਰਾ ਸੀਜ਼ਨ ਉਹਨਾਂ ਨਾਲ ਸੰਪਰਕ 'ਚ ਰਿਹਾ। ਆਖਰ ਦੇ ਵਿੱਚ ਉਹਨਾਂ ਨੂੰ ਮੈਂ ਪੁੱਛਿਆ ਵੀ ਭਾਈ ਸਾਹਿਬ ਝਾੜ ਕਿੰਨਾ ਆਇਆ? ਦੋਸਤੋ, ਖਰਚਾ ਆਲਮੋਸਟ ਨਿਲ ਜੀ।
ਪ੍ਰਤੀ ਏਕੜ 4000 ਰੁਪਇਆ ਖਰਚਾ ਘੱਟ ਹੁੰਦਾ ਕਿਸਾਨ ਦਾ ਇਸ ਵਿਧੀ ਨਾਲ ਕਣਕ ਬੀਜ ਕੇ ਪਲ ਕੇ ਉਹਨੂੰ ਕੱਟਣ ਤੱਕ। ਮਤਲਬ 10 ਕਿੱਲਿਆਂ ਦਾ 40,000 ਬਚ ਗਿਆ। ਠੀਕ, ਬਿਲਕੁਲ। ਤਾਂ ਉਹਨਾਂ ਦਾ ਝਾੜ ਆਇਆ 23 ਕੁਆਂਟਲ ਪ੍ਰਤੀ ਏਕੜ ਜੀ। ਉਸ ਤੋਂ ਬਾਅਦ ਅਗਲੇ ਸੀਜ਼ਨ ਤੋਂ ਪਹਿਲਾਂ ਮੈਂ ਇੱਕ ਵੀਡੀਓ ਆਪਣੇ YouTube ਚੈਨਲ ਤੋਂ ਬਣਾ ਕੇ ਪਬਲਿਸ਼ ਕੀਤੀ ਕਿ ਇੱਕ ਤਰੀਕਾ ਆ ਵੀ ਹੋ ਸਕਦਾ। ਉਹ ਵੀਡੀਓ ਦੇਖਣ ਤੋਂ ਬਾਅਦ ਮਾੜੀ ਮੁਸਤਫਾ ਪਿੰਡ ਦੇ ਵਿੱਚ ਇੱਕ ਨੌਜਵਾਨ ਕਿਸਾਨ ਆ ਸੰਦੀਪ ਸਿੰਘ, ਉਹਨੇ ਮਲਚਿੰਗ ਵਿਧੀ ਨਾਲ ਕਣਕ ਦੀ ਬਿਜਾਈ ਕੀਤੀ ਤੇ ਉਹ ਪਿੰਡ ਮੇਰੇ ਨੇੜੇ ਸੀ ਤੇ ਮੈਂ ਉੱਥੇ ਅਪ ਡਾਊਨ ਕਰਦਾ ਰਿਹਾ, 2-3 ਵਾਰ ਗਿਆ ਤੇ ਕਣਕ ਨੂੰ ਮੈਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੇਖਦਾ ਰਿਹਾ। ਐਂਡ ਤੇ ਉਹਦਾ ਝਾੜ ਵੀ ਬਹੁਤ ਸੋਹਣਾ ਆਇਆ ਜੀ। 7 ਕਨਾਲਾਂ ਦੇ ਵਿੱਚੋਂ 18 ਕੁਆਂਟਲ, ਮਤਲਬ 21 ਕੁਆਂਟਲ ਝਾੜ ਉਹਦਾ ਵੀ ਪ੍ਰਤੀ ਏਕੜ ਆ ਗਿਆ ਜੀ। ਤੇ ਖਰਚਾ 4000 ਰੁਪਏ ਦੂਜੇ ਨਾਲੋਂ ਘੱਟ। ਜਦੋਂ ਇਹ ਮੈਂ ਚੰਗੀ ਤਰ੍ਹਾਂ ਕਨਫਰਮ ਕਰ ਲਿਆ ਕਿ ਬਈ ਇਹ ਨੰਬਰ ਇੱਕ ਹੱਲ ਹੈ ਤੇ ਇਦੋਂ ਅੱਗੇ ਪਿੱਛੇ ਕੁਝ ਹੋਰ ਸੋਚਣ ਦੀ ਲੋੜ ਨਹੀਂ ਹੈਗੀ, ਤਾਂ ਫਿਰ 2019 ਚ ਕਣਕ ਦੇ ਸੀਜ਼ਨ ਤੋਂ ਪਹਿਲਾਂ ਮੈਂ ਆਪਣੇ YouTube ਚੈਨਲ ਤੇ ਮੇਰੇ ਇੱਕ ਮਿੱਤਰ ਦੇ YouTube ਚੈਨਲ ਦਾ ਇਸਤੇਮਾਲ ਕਰਦੇ ਹੋਏ ਜਿਹੜਾ ਹੈਗਾ ਇਸ ਵਿਧੀ ਦਾ ਪ੍ਰਚਾਰ ਪ੍ਰਸਾਰ ਧੜੱਲੇ ਨਾਲ ਕੀਤਾ ਜੀ। ਲੋਕ ਸਾਡੇ ਤੇ ਵਿਸ਼ਵਾਸ ਕਰਦੇ ਆ ਕਿਉਂਕਿ ਅਸੀਂ ਆਥੈਂਟਿਕ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹਾਂ। ਜਿੰਨੀ ਜਾਣਕਾਰੀ ਸਹੀ ਹੁੰਦੀ ਆ ਓਨੀ ਲੈ ਕੇ ਜਾਂਦੇ ਆ। ਉਹਦੇ ਕਰਕੇ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ, ਮੱਧ ਪ੍ਰਦੇਸ਼, ਇੱਥੋਂ ਤੱਕ ਕਿ ਪਾਕਿਸਤਾਨ 'ਚ ਵੀ ਜੇ ਕੈਪਟਨ ਅਮਰਿੰਦਰ ਸਿੰਘ ਸੁਣਦੇ ਹੋਣ ਜਾਂ ਬਾਕੀ ਦੇ ਰਾਜਨੀਤਿਕ ਘੁੱਗੂ ਸੁਣਦੇ ਹੋਣ, ਉਹਨਾਂ ਦੇ ਵੀ ਧਿਆਨ 'ਚ ਲਿਆ ਦਿਆਂ। ਪਾਕਿਸਤਾਨ ਤੱਕ ਕਿਸਾਨਾਂ ਨੇ ਇਸ ਤਰ੍ਹਾਂ ਕਣਕ ਬੀਜੀ ਤੇ ਕਾਮਯਾਬ ਹੋਏ। 22 ਤੋਂ 26 ਕੁਆਂਟਲ ਪ੍ਰਤੀ ਏਕੜ ਝਾੜ ਮਿਲਿਆ ਤੇ ਭਾਈ ਸਾਹਿਬ 1 ਏਕੜ ਮਗਰ 1 ਟਰਾਲੀ ਤੂੜੀ ਵੱਧ ਬਣੀ। ਜੀ 2017 ਤੋਂ 2020 ਆ ਗਿਆ, 3 ਸਾਲਾਂ ਦੇ ਵਿੱਚ ਲੱਖਾਂ ਕਿਸਾਨਾਂ ਤੱਕ ਮਲਚਿੰਗ ਵਿਧੀ ਵਾਲੀ ਕਣਕ ਬਾਰੇ ਸਾਰੀ ਜਾਣਕਾਰੀ ਪਹੁੰਚ ਗਈ ਹੈ। ਪਰ ਆ ਸਰਕਾਰੀ ਅਮਲੇ ਫੈਲੇ, ਖੇਤੀਬਾੜੀ ਮੰਤਰੀ, ਮੁੱਖ ਮੰਤਰੀ ਤੇ ਵੱਡੇ ਖੇਤੀਬਾੜੀ ਮੰਤਰੀ ਤੱਕ ਇਹ ਜਾਣਕਾਰੀ ਨਹੀਂ ਪਹੁੰਚੀ। ਇਹਦਾ ਮਤਲਬ ਹੈ ਕਿ ਜਾਂ ਤਾਂ ਉਹ ਇਧਰੋਂ ਅੱਖਾਂ ਮੀਟੀ ਬੈਠੇ ਆ ਤੇ ਜਾਂ ਉਹਨਾਂ ਦੇ ਆਕਾ ਜਿਹੜੇ ਹੈਗੇ ਆ ਕਾਰਪੋਰੇਟਸ, ਉਹ ਉਹਨਾਂ ਦੀ ਸੇਵਾ 'ਚ ਹੀ ਇੰਨੇ ਲੀਨ ਆ ਕਿ ਕਿਸਾਨਾਂ ਵੱਲ ਉਹਨਾਂ ਦਾ ਧਿਆਨ ਹੀ ਨਹੀਂ ਹੈਗਾ, ਅਸਲੀ ਮੁੱਦਿਆਂ ਵੱਲ ਉਹਨਾਂ ਦਾ ਧਿਆਨ ਹੀ ਨਹੀਂ। ਅੱਛਾ ਜੀ, ਇੱਕ ਜਦੋਂ ਪਰਾਲੀ ਦੇ ਵਿੱਚ ਮਲਚਿੰਗ ਵਿਧੀ ਨਾਲ ਤੁਸੀਂ ਕਿਹਾ ਕਿ ਕਣਕ ਬੀਜਣੀ ਆ ਤਾਂ ਕਿਸਾਨ ਵੀਰਾਂ ਦਾ ਜਿਹੜਾ ਕਹਿੰਦੇ ਆ ਕਿ ਇਹਨੂੰ ਬਿਮਾਰੀਆਂ ਜ਼ਿਆਦਾ ਲੱਗਦੀਆਂ, ਜਿੱਦਾਂ ਸਿਉਂਕ ਦੀ ਗੱਲ ਕਰਦੇ ਆ, ਹੋਰ ਕੀੜੇ ਦੀ ਗੱਲ ਕਰਦੇ ਆ ਕਿ ਅਸੀਂ ਕਿੱਦਾਂ ਦੇਖ ਸਕਾਂਗੇ, ਤਾਂ ਫਿਰ ਪਰਾਲੀ ਜਿਹੜੀ ਆ ਉਹਨੂੰ ਹੌਲੀ ਹੌਲੀ ਉਹ ਨਸ਼ਟ ਕਿਵੇਂ ਹੋਊਗੀ? ਦੇਖੋ, ਆਪਾਂ ਨਾ ਪਰਾਲੀ ਵਾਲੇ ਸਾਰੇ ਮਸਲੇ ਦੀ ਗੱਲ ਕਰਦੇ ਆ, ਪਰ ਪਹਿਲਾਂ ਕੁਝ ਖਾਸੀਅਤਾਂ ਇਸ ਕਣਕ ਦੀਆਂ। ਜੀ ਜੀ ਦੋਸਤੋ, ਪਹਿਲੀ ਖਾਸੀਅਤ ਇਹ ਜਿਹੜੀ ਤਕਨੀਕ ਗਿਆਨ ਵਿਧੀ ਤਕਨੀਕ ਹੈ, ਇਹ ਕਿਸਾਨ, ਕੁਦਰਤ ਤੇ ਸਮਾਜ ਪੱਖੀ ਹੈ। ਇਹਦੇ ਵਿੱਚ ਪਰਾਲੀ ਨੂੰ ਸਾੜੇ ਬਿਨਾ ਪਰਾਲੀ ਦਾ ਇਸਤੇਮਾਲ ਕਰਦੇ ਹੋਏ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਇਹਦੇ 'ਚ ਕਿਸੇ ਤਰ੍ਹਾਂ ਦੀ ਕੋਈ ਭਾਰੀ ਮਸ਼ੀਨਰੀ ਦੀ ਲੋੜ ਨਹੀਂ ਪੈਂਦੀ। 2 ਚੀਜ਼ਾਂ ਹੋ ਗਈਆਂ। ਤੀਜੀ ਗੱਲ, ਇਹਦੇ ਵਿੱਚ ਆਮ ਤਰੀਕੇ ਨਾਲ ਬੀਜੀ ਜਾਣ ਵਾਲੀ ਕਣਕ ਦੇ ਮੁਕਾਬਲੇ 10 ਤੋਂ 25 ਕਿਲੋ ਬੀਜ ਘੱਟ ਪੈਂਦਾ, ਉੱਥੇ ਪੈਸੇ ਬਚ ਗਏ। ਕੈਮੀਕਲ ਖੇਤੀ ਤਹਿਤ ਬੀਜਦੇ ਸਮੇਂ 10 ਕਿਲੋ ਤੱਕ DAP ਘੱਟ ਪੈਂਦੀ ਹੈ, ਉੱਥੇ ਪੈਸੇ ਬਚ ਗਏ। ਇਹਦੇ ਇਲਾਵਾ ਜਦੋਂ ਇਸ ਵਿਧੀ ਨਾਲ ਆਪਾਂ ਕਣਕ ਬੀਜਦੇ ਆ ਤਾਂ ਪਰਾਲੀ ਦੀ ਮਲਚਿੰਗ ਹੋ ਜਾਣ ਕਰਕੇ, ਮਲਚਿੰਗ ਮਤਲਬ ਢੱਕਣਾ ਜੀ, ਪਰਾਲੀ ਨਾਲ ਜ਼ਮੀਨ ਢੱਕੀ ਜਾਣ ਕਰਕੇ ਜ਼ਮੀਨ ਦੇ ਵਿੱਚ ਖੇਤ 'ਚ ਗੁੱਲੀ ਡੰਡਾ ਨਹੀਂ ਹਰਾ ਹੁੰਦਾ। ਜਦੋਂ ਗੁੱਲੀ ਡੰਡਾ ਹਰਾ ਨਹੀਂ ਹੋਏਗਾ ਤਾਂ ਗੁੱਲੀ ਡੰਡੇ ਵਾਲੀ ਜ਼ਹਿਰ ਨਹੀਂ ਛਿੜਕਣੀ ਪਈ। ਜੇ ਗੁੱਲੀ ਡੰਡੇ ਵਾਲੀ ਜ਼ਹਿਰ ਨਾ ਛਿੜਕਣੀ ਪਈ ਤਾਂ ਕਣਕ ਨੂੰ ਧੱਕਾ ਨਹੀਂ ਲੱਗੇਗਾ। ਕਣਕ ਨੂੰ ਧੱਕਾ ਨਹੀਂ ਲੱਗੇਗਾ ਤਾਂ ਇੱਕ ਗੱਟਾ ਯੂਰੀਆ ਬਚ ਜਾਏਗਾ ਜੀ, ਠੀਕ ਹੈ, ਤਾਂ ਫਿਰ ਯੂਰੀਏ ਤੇ ਬਚਤ ਹੋਗੀ। ਤੇ ਸਭ ਤੋਂ ਵੱਡੀ ਬਚਤ ਜਿਹੜੀ ਹੈਗੀ ਆ 2500 ਰੁਪਏ ਦੀ ਖੇਤ ਨੂੰ ਵਾਹ ਕੇ ਸੰਵਾਰ ਕੇ ਬੀਜਣ ਤੇ ਜਿਹੜਾ ਖਰਚਾ ਆਉਂਦਾ ਉਹ ਬਚ ਗਿਆ। ਤਾਂ ਇਹ ਕੁੱਲ ਮਿਲਾ ਕੇ 4000 ਰੁਪਇਆ। ਇਹਦੇ ਇਲਾਵਾ ਜਦੋਂ ਆਪਾਂ ਮਲਚਿੰਗ ਕਰਦੇ ਹਾਂ, ਮਲਚਿੰਗ ਕਰਨ ਕਰਕੇ ਮਿੱਤਰੋ ਜ਼ਮੀਨ ਨਿੱਘੀ ਰਹਿੰਦੀ ਆ ਤੇ ਸੈੱਲ ਬਣੀ ਰਹਿੰਦੀ ਆ ਜ਼ਮੀਨ ਤੇ, ਪਰਾਲੀ ਦੇ ਵਿਚਕਾਰ ਹਨੇਰਾ ਰਹਿੰਦਾ। ਇਹ ਮਾਹੌਲ ਧਰਤੀ ਦੇ ਜਿਹੜੇ ਅਸਲੀ ਕਿਸਾਨ ਆ ਉਹ ਧਰਤੀ ਦੇ ਅੰਦਰ ਹੁੰਦੇ ਆ, ਉਹਨਾਂ ਨੂੰ ਕਹਿੰਦੇ ਆ ਸੂਖਮ ਜੀਵ ਜੀ। ਉਹਨਾਂ ਨੂੰ ਕੰਮ ਕਰਨ ਦਾ ਖੁੱਲਾ ਡੁੱਲਾ ਮੌਕਾ ਮਿਲਦਾ, ਉਹ ਵਧੀਆ ਤਰੀਕੇ ਨਾਲ ਕੰਮ ਲੱਗੇ ਰਹਿੰਦੇ ਆ ਲਗਾਤਾਰ। ਉਹਦੇ ਕਰਕੇ ਫਸਲ ਨੂੰ ਪੂਰੀ ਖੁਰਾਕ ਮਿਲਦੀ ਆ, ਥੱਲਿਓਂ ਵੀ ਤੇ ਤਾਂ ਤੋਂ ਵੀ। ਨਤੀਜੇ ਵਜੋਂ ਫਸਲ ਜਿਹੜੀ ਹੈਗੀ ਆ ਆਮ ਦੇ ਮੁਕਾਬਲੇ ਜ਼ਿਆਦਾ ਉੱਚੀ, ਲੰਮੀ, ਤਗੜੀ, ਮਜ਼ਬੂਤ ਪੈਦਾ ਹੁੰਦੀ ਹੈ। ਇਹਦੀ ਜੜ 1.5 ਗੁਣਾ ਤੋਂ ਲੈ ਕੇ 2 ਗੁਣਾ ਤੱਕ ਜ਼ਿਆਦਾ ਡੂੰਘੀ ਜਾਂਦੀ ਹੈ ਵਾਹ ਕੇ ਬੀਜੀ ਹੋਈ ਕਣਕ ਦੇ ਮੁਕਾਬਲੇ। ਉਨੀ ਜ਼ਿਆਦਾ ਫੈਲਦੀ ਹੈ ਤੇ ਉਨੀ ਹੀ ਜ਼ਿਆਦਾ ਸੰਘਣੀ ਹੁੰਦੀ ਹੈ। ਤੇ ਕਣਕ ਦਾ ਜਿਹੜਾ ਕੱਦ ਆ ਵਾਹ ਕੇ ਬੀਜੇ ਹੋਏ ਬਾਣ ਵਾਲੀ ਕਣਕ ਦੇ ਮੁਕਾਬਲੇ
ਅੱਧੇ ਤੋਂ ਪੌਣਾ ਫੁੱਟ ਜ਼ਿਆਦਾ ਹੁੰਦਾ, ਉਹਦੇ ਕਰਕੇ ਕਣਕ ਦਾ ਝਾੜ ਵੀ ਵੱਧਦਾ ਤੇ ਤੂੜੀ ਵੀ ਜਦੋਂ ਫਿਰ ਕੱਦ ਵੱਡਾ ਹੋ ਫਿਰ ਕਈ ਵਾਰ ਕਹਿੰਦੇ ਕਿ ਡਿੱਗਣ ਦਾ ਖਤਰਾ ਜ਼ਿਆਦਾ ਹਾਂ, ਰਹਿੰਦਾ। ਇਹ ਬਹੁਤ ਵਧੀਆ ਸਵਾਲ ਕੀਤਾ। ਬਾਵਜੂਦ ਕਿ ਇਹਦਾ ਕੱਦ ਦੂਜੀ ਕਣਕ ਨਾਲੋਂ ਅੱਧਾ ਪੌਣਾ ਫੁੱਟ ਜ਼ਿਆਦਾ ਹੁੰਦਾ, ਇੱਕ ਵੀ ਤੀਲਾ ਡਿੱਗਦਾ ਨਹੀਂ। ਕੀ ਕਾਰਨ? ਕਿਉਂਕਿ ਜੜ 1.5 ਤੋਂ 2 ਗੁਣਾ ਜ਼ਿਆਦਾ ਡੂੰਗੀ ਗਈ ਆ, ਪੈਰ ਪੱਕੇ ਆ ਜੀ। ਤੁਸੀਂ ਬੂਟੇ ਨੂੰ ਦੋਨੇ ਹੱਥਾਂ ਨਾਲ ਖਿੱਚੋਗੇ, ਅਗਲਾ ਪਿਛਲਾ ਜ਼ੋਰ ਲਾ ਦੋਗੇ, ਬੂਟਾ ਪੱਟਿਆ ਨਹੀਂ ਜਾਊ, ਟੁੱਟ ਜੂ। ਜੀ। ਇਸ ਤਰ੍ਹਾਂ ਦੇ ਫੀਡਬੈਕ ਆ ਕਿਸਾਨਾਂ ਦੀ। ਠੀਕ ਹੈ, ਹੁਣ ਇੱਕ ਅਜਿਹੇ ਤਰੀਕੇ ਦੀ ਜਿਹੜੀ ਕਣਕ ਹੈ ਜਿਹਦੇ ਵਿੱਚ ਫਾਇਦਾ ਹੀ ਫਾਇਦਾ ਕਿਸਾਨ ਦਾ, ਖਰਚਾ ਕੁਝ ਵੀ ਨਹੀਂ ਤੇ ਝਾੜ ਵੀ 22 ਤੋਂ 26 ਕੁਆਂਟਲ ਜੀ। ਤੇ ਉਹਨੂੰ ਕਿਉਂ ਨਾ ਬੀਜੀਏ ਜੀ ਬਿਲਕੁਲ। ਤੇ ਸਰਕਾਰ ਉਹਨੂੰ ਕਿਉਂ ਨਾ ਪ੍ਰਮੋਟ ਕਰੇ? ਮੈਨੂੰ ਤਾਂ ਇਸ ਸਵਾਲ ਦਾ ਜਵਾਬ ਚਾਹੀਦਾ। ਖੁਸ਼ੀ ਦੀ ਗੱਲ ਇਹ ਆ ਕਿ ਪੰਜਾਬ ਐਗਰੋ ਹੁਣ ਇਸ ਮਸਲੇ ਤੇ ਚੰਗਾ ਧਿਆਨ ਦੇ ਰਹੀ ਹੈ। ਉਹਨਾਂ ਨੇ ਮੈਨੂੰ ਐਜ਼ ਆ ਰਿਸੋਰਸ ਪਰਸਨ ਜਿਹੜਾ ਹੈਗਾ ਆਪਣੇ ਨਾਲ ਜੋੜਿਆ ਜੀ। ਤਾਂ ਉਹ ਇਸ ਵਿਧੀ ਨੂੰ ਹੁਣ ਆਪਣੇ ਪੱਧਰ ਤੇ ਪ੍ਰਮੋਟ ਕਰਨ ਲੱਗੀ ਹੈ। ਸਰਕਾਰ ਨਹੀਂ, ਸਰਕਾਰ ਦਾ ਇੱਕ ਅਦਾਰਾ ਹੀ ਸਹੀ ਬਿਲਕੁਲ ਹੁਣ ਅੱਗੇ ਆਇਆ। ਪਹਿਲ ਤਾਂ ਹੋਈ ਆ, ਪਰ ਉਹ ਵੀ ਇਸ ਲਈ ਹੋਈ ਹੈ ਕਿਉਂਕਿ ਉੱਥੇ ਕੁਝ ਬੰਦੇ ਜਿਹੜੇ ਉੱਪਰ 2 ਬੰਦੇ ਆ, GM ਸਰਦਾਰ ਰਣਵੀਰ ਸਿੰਘ ਤੇ MD ਸਰਦਾਰ ਮਨਜੀਤ ਸਿੰਘ ਬਰਾੜ, ਉਹਨਾਂ ਦਿਲੋਂ ਕਿਸਾਨ ਬੰਦੇ ਆ। ਤਾਂ ਉੱਥੇ 2 ਕਿਸਾਨ ਬਹਿ ਗਏ, ਬਿਲਕੁਲ, ਤਾਂ ਉੱਥੇ ਵੀ ਬਦਲਾਅ ਆਉਣ ਲੱਗ ਗਿਆ। ਤੇ ਜੇ ਉੱਥੇ ਲਾਲਾ ਜੀ ਬਹਿਣਗੇ। ਅੱਛਾ, ਮੈਨੂੰ ਇੱਕ ਗੱਲ ਹੁਣ ਦੱਸਿਓ, ਤੁਸੀਂ ਕਹੇ ਵੀ ਦੀ ਸਕਸੈਸ ਆ, ਸਕਸੈਸ ਰੇਟ ਕਿੰਨਾ ਇਸਦਾ? ਇਹਦਾ ਸਕਸੈਸ ਰੇਟ ਭਾਈ ਜੀ 100% ਦੀ ਆ। ਠੀਕ ਹੈ, ਸਰਕਾਰਾਂ ਹੱਲ ਦੇਤੀਆਂ, ਉਹ ਸਕਸੈਸ ਨਹੀਂ ਹੋਈਆਂ, ਇਹ ਵਿਧੀ ਕਿਵੇਂ ਸਕਸੈਸ ਹੋ ਗਈ ਦੱਸਿਓ? ਇਹ ਇਸ ਲਈ ਸਕਸੈਸ ਆ ਕਿਉਂਕਿ ਇਹ ਹੱਲ ਜ਼ਮੀਨੀ ਹਕੀਕਤਾਂ ਚੋਂ ਨਿਕਲਿਆ ਤੇ ਇੱਕ ਕਿਸਾਨ ਵੱਲੋਂ ਕੱਢਿਆ ਗਿਆ। ਮੁਸੀਬਤ ਜਿਹਦੇ ਤੇ ਪਈ ਹੁੰਦੀ ਹੈ, ਹੱਲ ਵੀ ਉਹੀ ਕੱਢਦਾ ਹੁੰਦਾ। ਜੀ। ਠੀਕ ਹੈ, ਤਾਂ ਮੁਸੀਬਤ ਕਿਹਦੇ ਤੇ ਪਈ ਆ? ਕਿਸਾਨ ਤੇ। ਉਹ ਜਿਹੜੇ ਭਾਈ ਸਾਹਿਬ ਆ ਗਿਆਨ ਸਿੰਘ ਜੀ, ਉਹ 2017 ਚ ਜਦੋਂ ਸ਼ਿਕੰਜਾ ਕੱਸਿਆ ਹੋਇਆ ਸੀ ਨਾ ਵੀ ਜੇ ਅੱਗ ਲਾਈ ਤਾਂ ਹਿਸਾਬ ਲਾ ਲਿਓ, ਬਿਲਕੁਲ 9 ਦਿਨ ਪੂਰੀ ਸਖਤਾਈ ਸੀ। ਉਸ ਦੌਰਾਨ ਉਹ ਰੀਪਰ ਮਾਰ ਕੇ ਰੱਖੀ ਬੈਠੇ ਸੀ ਵੀ ਜਿੱਦੇ ਢਿੱਲ ਮਿਲ ਗਈ ਆਪਾਂ ਵੀ ਤੀਲੀ ਲਾਵਾਂਗੇ। ਪਰ ਉਹਨਾਂ ਦਾ ਖੁਸ਼ਕਿਸਮਤੀ ਨਾਲ 5-4 ਕਿਸਾਨਾਂ ਦਾ ਇੱਕ ਗਰੁੱਪ ਸੀ, ਉਹ ਆਪਸ ਦੇ ਵਿੱਚ ਗੱਲਬਾਤ ਕਰਦੇ ਰਹਿੰਦੇ ਸੀ, ਵਿਚਾਰ ਵਟਾਂਦਰਾ ਕਰਦੇ ਰਹਿੰਦੇ ਸੀ। ਆਹ ਵਿਉਂਤ ਸੁੱਝ ਗਈ ਉਹਨਾਂ ਨੂੰ। ਠੀਕ ਹੈ, ਇਹ ਵਿਉਂਤ ਸੁੱਝ ਗਈ ਤਾਂ ਉਹਨਾਂ ਨੇ ਇਸ ਵਿਉਂਤ ਨੂੰ ਜਿਹੜਾ ਹੈਗਾ ਆਪਣੇ ਖੇਤ 'ਚ ਲਾਗੂ ਕਰ ਲਿਆ ਤੇ ਉਹਦਾ ਜਿਹੜਾ ਹੈਗਾ ਰਾਹ ਸਾਰੇ ਕਿਸਾਨਾਂ ਲਈ ਖੁੱਲ ਗਿਆ, ਦੁਨੀਆ ਭਰ ਦੇ ਕਿਸਾਨਾਂ ਲਈ, ਇਕੱਲੇ ਪੰਜਾਬ ਦੇ ਕਿਸਾਨਾਂ ਲਈ ਨਹੀਂ, ਦੁਨੀਆ ਭਰ ਦੇ ਕਿਸਾਨਾਂ ਲਈ। ਬਿਲਕੁਲ ਬਿਲਕੁਲ। ਤਾਂ ਇਹ ਇੱਕ ਕਿਸਾਨ ਵੱਲੋਂ ਦਿੱਤੀ ਗਈ ਤਕਨੀਕ ਹੈ। ਕਿਸਾਨ ਨੇ ਤਕਨੀਕ ਦਿੱਤੀ ਤਾਂ ਲੋਕ ਪੱਖੀ, ਸਰਕਾਰਾਂ ਨੇ ਦਿੱਤੀ ਤਾਂ ਜੋਕ ਪੱਖੀ। ਠੀਕ ਹੈ, ਸਰਕਾਰਾਂ ਕਾਰਪੋਰੇਟਸ ਦੇ ਬਾਰੇ ਪਹਿਲਾਂ ਸੋਚਦੀਆਂ, ਬਿਲਕੁਲ ਪਹਿਲਾਂ ਕਿਉਂ ਸਿਰਫ ਉਹਦੇ ਬਾਰੇ ਹੀ ਸੋਚਦੀਆਂ, ਬਿਲਕੁਲ, ਤੇ ਕਿਸਾਨ ਤਾਂ ਉਹਨਾਂ ਦੇ ਕਿਸੇ ਆਉਂਦਾ ਹੀ ਨਹੀਂਗਾ ਤਾਣੇ ਬਾਣੇ 'ਚ, ਗਿਣਤੀ ਮਿਣਤੀ 'ਚ ਕਿਸਾਨ ਉਹਨਾਂ ਦੇ ਫਿੱਟ ਹੀ ਨਹੀਂ ਬਹਿੰਦਾ। ਤਾਂ ਜਦੋਂ ਕਿਸਾਨ ਨੇ ਹੱਲ ਕੱਢਿਆ ਤਾਂ ਸਿਰਫ 700 ਰੁਪਏ 'ਚ ਤੁਸੀਂ ਵਿਹਲੇ ਹੋ ਜਾਂਦੇ ਹੋ ਕਣਕ ਬੀਜ ਬਿਜਾਈ ਕਰਕੇ। ਤੇ ਜਦੋਂ ਸਰਕਾਰ ਹੱਲ ਦਿੰਦੀ ਆ ਤੇ ਜਿਹੜੀਆਂ ਉਹ ਮਸ਼ੀਨਾਂ ਦਿੰਦੀ ਉਹਨਾਂ ਦਾ ਵਿਆਜ ਹੀ ਤੁਹਾਨੂੰ ਮਾਰ ਲੂ। ਬਿਲਕੁਲ ਠੀਕ ਹੈ ਜੀ, ਮਾੜਾ ਕਿਸਾਨ ਕਿੱਥੋਂ? ਬਿਲਕੁਲ। ਤੇ ਇਸ ਕਰਕੇ ਫਰਕ ਸਿਰਫ ਇੰਨਾ ਹੀ ਹੈ, ਸਰਕਾਰ ਜੋਕ ਪੱਖੀ ਤਕਨੀਕਾਂ ਲੈ ਕੇ ਆਉਂਦੀ ਹੈ, ਕਾਰਪੋਰੇਟ ਪੱਖੀ, ਤੇ ਕਿਸਾਨ ਨੇ ਲੋਕ ਪੱਖੀ ਤਕਨੀਕ ਲਿਆਂਦੀ, ਕੁਦਰਤ ਪੱਖੀ। ਜੀ ਜੀ। ਅੱਛਾ, ਦਬੜੀ ਖਾਨਾ ਸਾਹਿਬ ਇੱਕ ਦੱਸਿਓ ਕਿ ਕਈ ਵਾਰ ਕਿਸਾਨ ਵੀਰਾਂ ਦੇ ਇਹ ਵੀ ਸ਼ਿਕਾਇਤ ਹੁੰਦੀ ਹੈ ਕਿ ਅਸੀਂ ਜਦੋਂ ਚਲੋ ਕਣਕ ਬੀਜਤੀ ਮਲਚਿੰਗ ਵਿਧੀ ਰਾਹੀਂ ਕਣਕ ਕਈ ਵਾਰ ਨਿਕਲਦੀ ਨਹੀਂ, ਕਿੰਨੇ ਦਿਨਾਂ ਦਾ ਸਮਾਂ ਕਿੰਨਾ ਹੈ ਕਣਕ ਜਦੋਂ ਤੁਹਾਨੂੰ ਦਿਖਾਈ ਦੇਣ ਲੱਗ ਜਾਏ? ਬਹੁਤ ਸੋਹਣਾ ਸਵਾਲ ਕੀਤਾ ਜੀ। ਇਹਦੀਆਂ ਭਾਈ 3 ਕੁ ਸਾਵਧਾਨੀਆਂ ਜਿਹੜੀਆਂ ਆਪਾਂ ਜ਼ਰੂਰੀ ਆ ਵਰਤਣੀਆਂ। ਪਹਿਲੀ ਗੱਲ ਤਾਂ 25 ਅਕਤੂਬਰ ਤੋਂ ਪਹਿਲਾਂ ਕਿਸੇ ਵੀ ਹਾਲਤ 'ਚ ਇਸ ਕਣਕ ਦੀ ਬਿਜਾਈ ਨਹੀਂ ਕਰਨੀ। ਜੀ ਠੀਕ ਆ। ਨੰਬਰ 2, ਖੇਤ ਅਜਿਹਾ ਚੁਣੋ ਜਿਹਦੇ ਵਿੱਚ 24 ਘੰਟਿਆਂ ਤੋਂ ਵੱਧ ਪਾਣੀ ਨਾ ਰੁਕੇ। ਜੀ। ਨੰਬਰ 3, ਛੱਟਾ ਮਾਰਨ ਤੋਂ ਬਾਅਦ ਪਰਾਲੀ ਇੱਕਸਾਰ ਚੰਗੀ ਤਰ੍ਹਾਂ ਖਿਲਾਰੋ, ਜ਼ਮੀਨ ਤੇ ਵਿਛਾਓ। 1 ਇੰਚ ਵੀ ਜ਼ਮੀਨ ਨੰਗੀ ਨਹੀਂ ਰਹਿਣੀ ਚਾਹੀਦੀ। ਜੀ। ਜਿੱਥੋਂ ਜ਼ਮੀਨ ਨੰਗੀ ਰਹੂਗੀ ਉੱਥੋਂ ਗੁੱਲੀ ਡੰਡਾ ਬਾਹਰ ਆਊਗਾ। ਜੀ ਠੀਕ ਹੈ। ਤਾਂ ਇਹ 3 ਸਾਵਧਾਨੀਆਂ। ਹੁਣ ਅਗਲਾ ਜਿਹੜਾ ਪੁਆਇੰਟ ਆ ਉਹ ਇਹ ਆ, 2 ਤਰ੍ਹਾਂ ਦੀਆਂ ਜ਼ਮੀਨਾਂ, ਕੁਝ ਤਾਂ ਜਿਹੜੀਆਂ 24 ਘੰਟਿਆਂ ਦੇ ਅੰਦਰ ਅੰਦਰ ਪਾਣੀ ਪੀ ਜਾਂਦੀਆਂ, ਉੱਥੇ ਤਾਂ ਅਸੀਂ ਪਾਣੀ ਨਾਲ ਇਹ ਕਣਕ ਉਗਾ ਸਕਦੇ। ਬਾਣ ਪੂਰਾ ਖੁਸ਼ਕ ਹੋਵੇ ਭਾਵੇਂ, ਤੇ ਉੱਥੇ ਛੱਟਾ ਮਾਰਿਆ, ਮਲਚਿੰਗ ਕੀਤੀ, ਪਾਣੀ ਲਾਤਾ, ਪਾਣੀ ਦੇ ਨਾਲ ਇਹ ਕਣਕ ਉੱਗ ਆਏਗੀ। ਕੁਝ ਜ਼ਮੀਨਾਂ ਇਹੋ ਜਿਹੀਆਂ ਡਾਕਰ ਆ ਤੇ ਉਹ ਗਿੱਲ ਨਹੀਂ ਗਵਾਉਂਦੀਆਂ। ਝੋਨੇ ਦੇ ਆਖਰੀ ਪਾਣੀ ਤਾਂ ਜਿਹੜਾ ਮੋਇਸਚਰ ਆ ਉੱਥੇ ਮੌਜੂਦ ਆ,
ਤਾਂ ਜਿਹੜੀ ਜ਼ਮੀਨ ਦੇ ਵਿੱਚ ਹੱਥ ਨਾਲ ਮਿੱਟੀ ਪੱਟ ਕੇ ਲੱਡੂ ਬਣਦਾ, ਜੀ। ਮਤਲਬ ਗਿੱਲੀ ਦਿਸ ਰਹੀ ਆ ਮਿੱਟੀ, ਉਸ ਜ਼ਮੀਨ ਦੇ ਵਿੱਚ ਤੁਸੀਂ ਪਾਣੀ ਨਹੀਂ ਲਾਉਣਾ ਮਲਚਿੰਗ ਕਰਕੇ। ਤੁਸੀਂ ਉਸ ਜ਼ਮੀਨ ਦੇ ਵਿੱਚ ਜਿਹੜਾ ਕਣਕ ਦਾ ਛੱਟਾ ਮਾਰਨਾ ਨਾ, ਉਹਨੂੰ ਪੁੰਗਰਾ ਲਓ। ਪੁੰਗਰਾਉਣ ਦਾ ਮਤਲਬ ਆ ਵੀ ਅੱਖ ਜੀ ਬਣ ਜੇ, ਜੀ ਜੀ, ਢੰਗੂਰ ਨਾ ਵੱਜੇ। ਕਣਕ ਨੂੰ ਇੰਨੀ ਕੁ ਭਿਓ ਲਓ ਵੀ ਕਣਕ ਦੀ ਅੱਖ ਫੁੱਟ ਪਏ ਪਰ ਢੰਗੂਰ ਨਾ ਬਾਹਰ ਆਵੇ, ਜੀ। ਠੀਕ ਹੈ। ਉਸ ਤੋਂ ਬਾਅਦ ਉਸ ਭਿਉਂਤੀ ਹੋਈ ਕਣਕ ਦਾ ਸਾਡੇ ਦੱਸੇ ਮੁਤਾਬਕ ਪਰਾਲੀ ਸੱਜੀ ਖੱਬੇ ਕਰਕੇ ਛੱਟਾ ਮਾਰੋ ਤੇ ਕਟਰ ਮਾਰ ਕੇ ਪਰਾਲੀ ਇੱਕਸਾਰ ਵਿਛਾ ਦਿਓ, ਜੀ। ਤੇ ਉਹਦੇ ਨਾਲ ਇਹ ਕਣਕ ਬਿਨਾ ਪਾਣੀ ਤੋਂ ਹੀ ਉੱਗਰ ਆਊਗੀ ਇਹੋ ਜਿਹੀਆਂ ਜ਼ਮੀਨਾਂ ਦੇ ਵਿੱਚ, ਠੀਕ ਹੈ। ਤੇ ਦਿੱਕਤ ਕੋਈ ਨਹੀਂ ਗੀ, ਠੀਕ ਹੈ। ਤਾਂ ਹੁਣ ਇਹਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਗੱਲ ਜਿਹੜੀ ਮੈਂ ਕਹਿਣ ਲੱਗਿਆ, ਜੀ। ਉਹ ਇਹ ਆ ਮਿੱਤਰੋ, ਮੈਂ ਜੋ ਕਹਿ ਰਿਹਾ ਇਹਨੂੰ ਪਹਿਲਾਂ ਸੁਣ ਲਓ ਧਿਆਨ ਨਾਲ, ਫਿਰ ਇਹਦੇ ਤੇ ਗੌਰ ਕਰਿਓ। ਉਸ ਤੋਂ ਬਾਅਦ ਇਹਨੂੰ ਮੰਨਣ ਦੀ ਲੋੜ ਨਹੀਂ, ਇਹਨੂੰ ਪਰਖਣ ਦੀ ਲੋੜ ਆ। ਜੋ ਮੈਂ ਦੱਸਿਆ ਇਹਨੂੰ ਪਹਿਲੇ ਸੀਜ਼ਨ ਤੁਸੀਂ 4 ਕਨਾਲਾਂ ਤੇ 1 ਏਕੜ ਤੇ ਪਰਖੋ, ਤੇ 7 ਤੋਂ 10 ਦਿਨਾਂ ਦੇ ਅੰਦਰ ਅੰਦਰ ਤੁਹਾਡੀ ਜਿਹੜੀ ਪਰਖ ਹੈ ਉਹਦੇ ਰਿਜ਼ਲਟ ਆ ਜਾਣਗੇ। ਤੇ ਉਦੋਂ ਬਾਅਦ ਤੁਸੀਂ ਫੈਸਲਾ ਆਪਣੇ ਤਜਰਬੇ ਦੇ ਆਧਾਰ ਤੇ ਕਰਿਓ ਵੀ ਕਿੰਨੀ ਬੀਜਣੀ ਹੈ। ਜਿਵੇਂ ਪਿਛਲੇ ਸਾਲ ਬਲਜਿੰਦਰ ਸਿੰਘ ਜੀ ਆ ਲੰਬਵਾਲੀ ਤੋਂ, ਉਹਨਾਂ ਨੇ ਪਹਿਲਾਂ 1.25 ਕਿੱਲਾ ਸਾਰੇ ਪਿੰਡ ਤੋਂ ਚੋਰੀ ਬੀਜਿਆ ਜੀ। ਆਪਣੇ ਸਾਂਝੀ ਨੂੰ ਕਹਿਤਾ ਵੀ ਕਿਸੇ ਨੂੰ ਦੱਸੀ ਨਾ ਵੀ ਅਸੀਂ ਕੀ ਇੱਥੇ ਖੇਡ ਕੀਤੀ ਆ। ਤੇ 11ਵੇਂ ਦਿਨ ਉਹਨੇ ਉਸ ਦੀ ਸਫਲਤਾ ਨੂੰ ਦੇਖਦੇ ਹੋਏ 5 ਕਿੱਲੇ ਹੋਰ ਬੀਜਤੇ, ਜੀ। ਤੇ 7 ਕਿੱਲੇ ਉਹਦੇ ਕੋਲੇ ਸਾਰੀ ਪੈਲੀ, ਜੀ। 1 ਕਿੱਲਾ ਤਾਂ ਜੱਟ ਦਾ ਪੱਠਿਆਂ ਦੱਥਿਆਂ 'ਚ ਹੀ ਜਾ ਵੜਦਾ, ਮੋਟਰ ਵਾਲੇ ਕੋਠੇ 'ਚ ਹੀ ਜਾ ਵੜਦਾ, ਤੇ ਪਿੱਛੇ ਜਿਹੜੇ 6 ਕਿੱਲੇ ਬਚੇ ਸੀ ਉਹ ਸਾਰੇ ਇਸ ਤਰੀਕੇ ਨਾਲ। ਤੇ ਝਾੜ ਪਤਾ ਕਿੰਨਾ ਆਇਆ ਉਹਦਾ? 23.5 ਕੁਆਂਟਲ ਪ੍ਰਤੀ ਏਕੜ, ਠੀਕ ਹੈ। ਤਾਂ ਇਹਦਾ ਮਤਲਬ ਹੈ ਕਿ ਤੁਸੀਂ ਵੀ ਬਲਜਿੰਦਰ ਸਿੰਘ ਵਾਂਗੂ ਐਦਾਂ ਦੀ ਅਪਰੋਚ ਲੈ ਕੇ ਇਸ ਤਰ੍ਹਾਂ ਕਣਕ ਬੀਜ ਸਕਦੇ ਹੋ। ਹੁਣ ਕਣਕ ਤਾਂ ਬੀਜੀ ਗਈ, ਉਸ ਤੋਂ ਬਾਅਦ ਗੱਲ ਆਉਂਦੀ ਹੈ ਉਹਦੇ ਪਾਲਣ ਪੋਸ਼ਣ, ਜੀ। ਤਾਂ ਪਾਲਣ ਪੋਸ਼ਣ ਜਿਹੜਾ ਮਿੱਤਰੋ ਕੈਮੀਕਲ ਖੇਤੀ ਵਾਲਿਆਂ ਦਾ ਪਾਲਣ ਪੋਸ਼ਣ ਹੈ, ਉਹ ਇਹ ਹੈ ਕਿ ਕਣਕ ਨੂੰ ਪਾਣੀ ਉਦੋਂ ਲਾਓ ਜਦੋਂ ਕਣਕ ਮੰਗੇ, ਠੀਕ ਹੈ। ਮੰਗਣ ਦੀਆਂ ਕੁਝ ਨਿਸ਼ਾਨੀਆਂ, ਜਾਂ ਤਾਂ ਪੱਤੇ ਗੋਲ ਕਰੂਗੀ ਜਿਹਨੂੰ ਤੱਕਲੇ ਚੜ੍ਹਨਾ ਕਹਿੰਦੇ ਆ, ਜਾਂ ਪੱਤੇ ਢਿੱਲੇ ਛੱਡ ਦੂਗੀ ਜਿਹਨੂੰ ਕੰਨ ਸੁੱਟਣਾ ਕਹਿੰਦੇ ਆ, ਜਾਂ ਕਿਤੇ ਕਿਤੇ ਦੈੜੀਆਂ ਦੇ ਵਿੱਚ ਪੀਲਾਪਣ ਦਿਖਾਊਗੀ, ਜੀ। ਤਿੰਨਾਂ ਦੇ ਵਿੱਚੋਂ ਕੋਈ ਵੀ ਨਿਸ਼ਾਨੀ ਜਦੋਂ ਕਿਤੇ ਵੀ ਤੁਹਾਡੇ ਖੇਤ 'ਚ ਤੁਹਾਨੂੰ ਨਜ਼ਰ ਆਵੇ, ਇਹਦਾ ਮਤਲਬ ਆ ਬਿਨਾਂ ਸਮਾਂ ਗਵਾਏ ਪਾਣੀ ਲਾ ਦਿਓ। ਤਾਂ ਪਹਿਲਾ ਪਾਣੀ ਉਦੋਂ ਲਾ ਦਿਓ ਜਦੋਂ ਕਣਕ ਮੰਗੇ। ਉਸ ਤੋਂ ਬਾਅਦ 1 ਬੈਗ ਯੂਰੀਆ ਦਾ ਤੁਸੀਂ ਸ਼ਾਮ ਦੇ ਸਮੇਂ ਗਿੱਲੇ ਵਾਹਣ 'ਚ ਛੱਟੇ ਨਾਲ ਪਾ ਦੇਣਾ, ਤੇ ਰਾਤ ਨੂੰ ਤਰੇਲ ਪਏਗੀ। ਉਹਦਾ ਵੀ ਅਸਰ ਤੁਹਾਡੇ ਜਿਹੜਾ ਹੈਗਾ, ਉਹਦੇ ਅਸਰ ਨਾਲ ਵੀ ਯੂਰੀਆ ਤੁਹਾਡੇ ਪੌਦਿਆਂ ਦੀਆਂ ਜੜ੍ਹਾਂ ਤੱਕ ਪਹੁੰਚੇਗਾ ਤੇ ਉਹਨੂੰ ਲੱਗੇਗਾ। ਇਹਦੇ ਇਲਾਵਾ ਦੂਜਾ ਪਾਣੀ ਫਿਰ ਜਦੋਂ ਕਣਕ ਮੰਗੇ ਉਦੋਂ ਲਾ ਦਿਓ, ਠੀਕ ਹੈ ਜੀ। ਤੇ 1 ਬੈਗ ਯੂਰੀਆ ਉਦੋਂ ਹੋਰ ਪਾ ਦਿਓ, 2 ਬੈਗ ਯੂਰੀਆ ਤੁਹਾਡਾ ਪਏਗਾ। ਜੇ ਇਹਦੇ ਅੱਗੇ ਪਿੱਛੇ ਤੁਹਾਡੀ ਫਸਲ ਕੋਈ ਘਾਟ ਦਿਖਾਉਂਦੀ ਲੱਗੇ ਤਾਂ ਤੁਸੀਂ ਪ੍ਰਤੀ ਏਕੜ ਪਹਿਲੇ ਪਾਣੀ ਤੋਂ ਪਹਿਲਾਂ 1 ਜਾਂ 2 ਵਾਰ ਲੋੜ ਅਨੁਸਾਰ 2.5 ਕਿਲੋ ਯੂਰੀਆ ਅਤੇ ਅੱਧਾ ਕਿਲੋ ਜ਼ਿੰਕ 21% ਦਾ ਘੋਲ ਬਣਾ ਕੇ 100 ਲੀਟਰ ਪਾਣੀ 'ਚ ਮਿਲਾ ਕੇ 1 ਏਕੜ ਫਸਲ ਦੇ ਉੱਤੇ ਸਪਰੇਅ ਕਰ ਸਕਦੇ ਹੋ। ਦੂਜੇ ਪਾਣੀ ਤੋਂ ਬਾਅਦ ਜੇਕਰ ਤੁਹਾਡੀ ਫਸਲ ਕੋਈ ਕਮੀ ਪੇਸ਼ੀ ਦਿਖਾਉਂਦੀ ਨਜ਼ਰ ਆਵੇ ਤਾਂ ਤੁਸੀਂ ਫਿਰ ਹੁਣ ਇਹ ਘੋਲ ਜਿਹੜਾ ਮੈਂ ਦੱਸਣ ਲੱਗਿਆ, 2.5 ਕਿਲੋ DAP, 2.5 ਕਿਲੋ ਯੂਰੀਆ, 1 ਕਿਲੋ ਪੋਟਾਸ਼, ਇਹਦਾ ਘੋਲ ਬਣਾਓ ਅੱਡੋ ਅੱਡ, ਤੇ ਫਿਰ ਇਹਨੂੰ 125 ਲੀਟਰ ਪਾਣੀ 'ਚ ਮਿਲਾ ਕੇ 1 ਏਕੜ ਫਸਲ ਦੇ ਉੱਤੇ ਸਪਰੇਅ ਕਰੋ, ਲੋੜ ਅਨੁਸਾਰ 1 ਜਾਂ 2 ਵਾਰੀ। ਇਸ ਤਰੀਕੇ ਨਾਲ ਆਪਣਾ ਜਿਹੜਾ ਖਾਦ ਦਾ ਖਰਚਾ ਉੱਗਣ ਤੋਂ ਬਾਅਦ ਵਾਲਾ, ਉਹ ਤੁਹਾਡਾ 1 ਕੁਆਂਟਲ 6.5 ਕਿਲੋ ਟੋਟਲ ਖਾਦ ਪੈਗੀ, ਜੀ, ਠੀਕ ਹੈ। ਤੇ 40 ਕਿਲੋ ਤੁਹਾਡੀ DAP ਪਹਿਲਾਂ ਪਈ ਹੋਈ ਹੈ, ਤਾਂ ਮਤਲਬ ਤੁਸੀਂ 1 ਕੁਆਂਟਲ 56 ਕਿਲੋ ਦੇ ਵਿੱਚ ਆਪਣੀ ਕਣਕ ਪਾਲ ਲਈ, ਜੀ, ਠੀਕ ਹੈ। ਤਾਂ ਇਦੋਂ ਸੌਖਾ ਹੋਰ ਕੀ ਹੋ ਸਕਦਾ। ਹੁਣ ਪਾਲਣ ਪੋਸ਼ਣ ਨਾਲ ਜੁੜੀ ਇੱਕ ਹੋਰ ਗੱਲ, ਉਹ ਇਹ ਆ ਮਿੱਤਰੋ ਵੀ ਕੀੜੇ ਤੇ ਬਿਮਾਰੀਆਂ। ਇਸ ਕਣਕ ਦੇ ਵਿੱਚ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਨਹੀਂ ਹੁੰਦਾ, ਕਿਉਂਕਿ ਇਹ ਕਣਕ ਕੁਦਰਤ ਦੇ ਬਹੁਤ ਨੇੜੇ ਆ, ਕੁਦਰਤੀ ਸਿਸਟਮ ਮੁਤਾਬਕ ਉਗਾਈ ਗਈ ਹੈ, ਜੀ, ਠੀਕ ਹੈ, ਜੀ। ਕੁਦਰਤ ਦੀ ਰੱਖਿਆ ਕਰਦੀ ਪਈ ਆ, ਬਿਮਾਰੀਆਂ ਨੂੰ ਲੱਗਦੀ ਨਹੀਂ। ਟ੍ਰਾਈਕੋਡਰਮਾ ਨਾਲ ਬੀ ਸੋਧਿਆ, ਠੀਕ ਹੈ, ਜੈਵਿਕ ਫੰਗੀਸਾਈਡ ਦੇ ਨਾਲ। ਤੇ ਕੀੜੇ ਦਾ ਜਿਹੜਾ ਸਵਾਲ ਹੈ, ਕੀੜੇ ਆਉਣਗੇ ਜ਼ਰੂਰ, ਹਮਲਾ ਨਹੀਂ ਹੋਏਗਾ। ਆਏ ਹੋਏ ਕੀੜਿਆਂ ਨੂੰ ਲੇਡੀ ਬਰਡ ਬੀਟਲ, ਜਿਹਨੂੰ ਫੇਲ ਪਾਸ ਕਹਿ ਦਿੰਦੇ ਆ, ਉਹ ਤੇ ਉਹਦਾ ਬੱਚਾ ਖਾਂਦੇ ਆ ਚੇਪੇ ਨੂੰ,
ਇੱਕ ਦਿਨ ਦੇ ਵਿੱਚ ਦੋਨੇ 80 ਚੇਪੇ ਖਾ ਜਾਂਦੇ ਆ ਜੀ। ਇਹਦੇ ਇਲਾਵਾ ਕਰਾਈਸੋਪੇ ਦਾ ਬੱਚਾ ਚੇਪੇ ਨੂੰ ਖਾਂਦਾ। ਇਹਦੇ ਇਲਾਵਾ ਮਖਿਆਲ ਦੀ ਮੱਖੀ ਵਰਗੀ ਇੱਕ ਮੱਖੀ ਕਣਕਾਂ ਦੇ ਵਿੱਚ ਫਿਰਦੀ ਹੁੰਦੀ ਆ ਤੇਲੇ ਚੇਪੇ ਵਾਲੇ ਦਿਨਾਂ 'ਚ, ਉਹਦਾ ਬੱਚਾ ਵੀ ਇਹਨੂੰ ਖਾਂਦਾ, ਤੇਲੇ ਚੇਪੇ ਨੂੰ। ਤਾਂ ਇਹ ਜਿਹੜੇ ਮਾਸਾਹਾਰੀ ਕੀੜੇ ਆ ਤੁਹਾਡੀ ਫਸਲ ਦੀ ਰੱਖਿਆ ਤੇਲੇ ਚੇਪੇ ਤੋਂ ਕਰਦੇ ਆ। ਠੀਕ ਹੈ, ਜੇ ਤੁਹਾਨੂੰ ਲੱਗੇ ਕਿ ਐਮਰਜੈਂਸੀ ਕੋਈ ਲੋੜ ਹੈਗੀ ਆ ਇਹਨੂੰ ਕੰਟਰੋਲ ਕਰਨ ਦੀ, ਤਾਂ ਉਹਦੇ ਲਈ ਤੁਸੀਂ ਬਾਜ਼ਾਰ ਦੇ ਵਿੱਚ ਜ਼ਹਿਰ ਖਰੀਦਣ ਨਹੀਂ ਜਾਣਾ। ਜਿਹੜੀਆਂ 3 ਆਈਟਮਾਂ ਮੈਂ ਦੱਸਣ ਲੱਗਿਆ ਇਹ ਖਰੀਦ ਕੇ ਲਿਆਉਣੀਆਂ। ਛੋਟੀ ਡਲੀ ਦਾ ਭੀਮ ਸੈਨੀ ਕਪੂਰ 30 ਗ੍ਰਾਮ, ਅਜਵਾਇਣ ਦਾ 7 ਜਿਹਨੂੰ ਆਪਾਂ ਜਮੈਣ ਕਹਿ ਦਿੰਦੇ ਆ, ਜਮੈਣ ਦਾ 7 30 ਗ੍ਰਾਮ, ਤੇ ਨਾਲ ਹੀ ਪੁਦੀਨੇ ਦਾ 7 ਵੀ 30 ਗ੍ਰਾਮ। ਇਹ 90 ਗ੍ਰਾਮ ਸਮਾਨ 1 ਕਿੱਲੇ ਵਾਸਤੇ ਤੁਸੀਂ ਖਰੀਦਣਾ। ਤੇ ਤੁਹਾਡੇ ਜਿੰਨੇ ਕਿੱਲੇ ਆ ਉਸ ਹਿਸਾਬ ਨਾਲ ਇਹਨੂੰ, ਮੰਨ ਲਓ 10 ਕਿੱਲੇ ਤਾਂ 900 ਗ੍ਰਾਮ ਸਮਾਨ ਹੋ ਗਿਆ ਜੀ। ਇਸ 900 ਗ੍ਰਾਮ ਸਮਾਨ ਨੂੰ ਤੁਸੀਂ ਕੱਚ ਦੀ ਇੱਕ ਅਜਿਹੀ ਬੋਤਲ 'ਚ ਪਾ ਦੇਣਾ ਜਿਹਦਾ ਢੱਕਣ ਪੂਰਾ ਟਾਈਟ ਹੋਵੇ ਜੀ, ਹਵਾ ਦੀ ਗੁੰਜਾਇਸ਼ ਹੀ ਨਹੀਂ ਬਾਹਰ ਨਿਕਲਦੀ। ਤਾਂ ਉਹਦੇ 'ਚ ਪਾ ਕੇ ਇਹਨੂੰ ਰੱਖ ਦੇਣਾ। 4 ਤੋਂ 12 ਘੰਟਿਆਂ ਦੇ ਅੰਦਰ ਅੰਦਰ ਇਹ ਸਮਾਨ ਜਿਹੜਾ ਹੈਗਾ ਪਾਣੀ 'ਚ ਬਦਲ ਜੂਗਾ, ਲਿਕੁਇਡ 'ਚ ਬਦਲ ਜੂਗਾ। ਇਸ ਲਿਕੁਇਡ ਨੂੰ ਆਪਾਂ ਕਹਿੰਦੇ ਆ ਅੰਮ੍ਰਿਤ ਧਾਰਾ। ਪ੍ਰਤੀ ਏਕੜ 60 ਤੋਂ 70 ml ਤੁਸੀਂ ਇਹਦਾ ਸਪਰੇਅ ਕਰਨਾ ਫਸਲ ਦੇ ਉੱਤੇ। ਤੇ ਇਹਦੇ ਨਾਲ ਤੁਹਾਡੇ ਹਰ ਤਰ੍ਹਾਂ ਦੇ ਜਿਹੜੇ ਕੀੜੇ ਹੈਗੇ ਆ, ਰਸ ਚੂਸਕ ਜਾਂ ਸੁੰਡੀ ਵਗੈਰਾ, ਉਹਨਾਂ ਦੀ ਰੋਕਥਾਮ, ਪੁਖਤਾ ਰੋਕਥਾਮ ਹੋ ਜਾਏਗੀ। ਠੀਕ ਹੈ ਜੀ। ਤੇ ਜਿਹਦੇ ਉੱਤੇ ਇਹ ਡਿੱਗੂਗੀ ਸਪਰੇਅ, ਉਹਨੂੰ ਅੱਗ ਲੱਗੂਗੀ ਜੀ। ਇੰਨਾ ਇਹਦਾ ਨਜ਼ਾਰਾ। ਤਾਂ ਇਹ ਇਸੇ ਲਈ ਅੰਮ੍ਰਿਤ ਧਾਰਾ। ਠੀਕ ਹੈ ਜੀ। ਤਾਂ ਇਹ ਕਰਦੇ ਹੋਏ ਤੁਹਾਡੀ ਫਸਲ ਦਾ ਬਹੁਤ ਸੋਹਣਾ ਪਾਲਣ ਪੋਸ਼ਣ ਹੋ ਜਾਂਦਾ ਤੇ ਤੁਹਾਡੀ ਫਸਲ ਬੜੇ ਹੀ ਸੋਹਣੇ ਸੁਚੱਜੇ ਤੇ ਸਸਤੇ ਕੁਦਰਤ, ਕਿਸਾਨ ਤੇ ਸਮਾਜ ਪੱਖੀ ਤਰੀਕੇ ਨਾਲ ਸਿਰੇ ਲੱਗ ਜਾਂਦੀ ਹੈ। ਤੇ ਜਿਹੜੀ ਪਰਾਲੀ ਤੁਸੀਂ ਕਣਕ ਦੇ ਵਿੱਚ ਮਲਚ ਕੀਤੀ ਸੀ, ਉਹ ਪਰਾਲੀ ਝੋਨੇ ਦੀ ਫਸਲ ਦੇ ਵਿੱਚ ਵੀ ਖਾਦ ਦੇ ਤੌਰ ਤੇ ਗਲ ਚੁੱਕੀ ਹੁੰਦੀ ਹੈ, ਕੰਮ ਆਉਂਦੀ ਹੈ ਜੀ। ਠੀਕ ਹੈ, ਇੱਕ ਪੰਥ ਕਈ ਕਾਜ ਹੋ ਗਏ। ਬਿਲਕੁਲ। ਜ਼ਮੀਨ ਦੇ ਵਿੱਚ ਜੀਵਾਣੂ ਵੱਧ ਗਏ ਜੀ, ਨਿਊਟ੍ਰੀਸ਼ਨ ਵੱਧ ਗਿਆ ਜੀ, ਕੁਦਰਤ ਪੱਖੀ ਮਾਹੌਲ ਬਣ ਗਿਆ ਜੀ। ਤੇ ਇੱਕ ਦੇ ਨਾਲ ਦੂਜੀ ਫਸਲ ਨੂੰ ਵੀ ਉਹਦਾ ਲਾਹਾ ਲਾਜ਼ਮੀ ਮਿਲਦਾ ਤੇ ਮਿਲੇਗਾ ਵੀ। ਮੈਨੂੰ ਕੁਝ ਕਿਸਾਨਾਂ ਦੀ ਫੀਡਬੈਕ ਆਈ ਹੈ ਵੀ ਜਿੱਥੇ ਪਿਛਲੇ ਸਾਲ ਮਲਚਿੰਗ ਵਾਲੀ ਕਣਕ ਸੀ ਉੱਥੇ ਝੋਨੇ ਦਾ ਝਾੜ ਵੱਧ ਗਿਆ। ਅੱਛਾ ਜੀ। ਤਾਂ ਭਾਈ ਜੇ ਤੁਹਾਡਾ ਪਰਾਲੀ ਫੂਕੇ ਨਾਲ ਝੋਨੇ ਦਾ ਝਾੜ ਵੱਧਦਾ ਤਾਂ ਬੇਸ਼ੱਕ ਫੂਕੋ, ਤੇ ਜੇ ਮਲਚਿੰਗ ਕਰੇ ਨਾਲ ਵੱਧਦਾ ਤਾਂ ਫਿਰ ਬਾਈ ਮਲਚਿੰਗ ਕਰੋ, ਨਾਲੇ ਪੈਸੇ ਬਚਦੇ ਆ, ਨਾਲੇ ਪੈਸੇ ਬਚਦੇ ਆ। ਤੇ ਨਾਲੇ ਮੋਦੀ ਨੂੰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੀ ਔਕਾਤ ਦਿਖਾ ਦਿਓ ਵੀ ਤੁਹਾਡੇ ਪੱਲੇ ਕੱਖ ਨਹੀਂ ਤੇ ਅਸੀਂ ਕਿਸਾਨ ਆ, ਅਸੀਂ ਦੁਨੀਆ ਦੇ ਪਹਿਲੇ ਵਿਗਿਆਨੀ ਆ, ਸਾਡੇ ਪੁਰਖੇ ਪਹਿਲੇ ਵਿਗਿਆਨੀ ਸੀ ਜੀ ਜੀ। ਤੇ ਇਹਨਾਂ ਨੇ ਸਾਨੂੰ ਇਹ ਜਚਾਤਾ ਵੀ ਤੁਸੀਂ ਤਾਂ ਅਨਪੜ੍ਹ ਗਵਾਰ ਹੋ, ਤੁਹਾਨੂੰ ਕੱਖ ਨਹੀਂ ਪਤਾ। ਪਤਾ ਤਾਂ ਉਹਨਾਂ ਨੂੰ ਆ ਜਿਹੜੇ ਯੂਨੀਵਰਸਿਟੀ 'ਚ ਬੈਠੇ ਆ, 2.5 ਲੱਖ ਰੁਪਇਆ ਤਨਖਾਹ ਲੈਂਦੇ ਆ। ਹੁਣ ਮੈਂ ਇੱਕ ਭੱਦਾ ਜਿਹਾ ਸ਼ਬਦ ਇਸਤੇਮਾਲ ਕਰਾਂਗਾ ਤੁਹਾਡੀ ਇਜਾਜ਼ਤ ਨਾਲ। ਜਿਹੜੇ 2.5 ਲੱਖ ਰੁਪਇਆ ਤਨਖਾਹ ਲੈਂਦੇ ਆ, ਤੁਹਾਡੇ ਖੇਤ ਮੂਤਣ ਵੀ ਨਹੀਂ ਆਉਂਦੇ, ਉਹ ਸਾਡੇ ਖੇਤ ਮੂਤਣ ਵੀ ਨਹੀਂ ਆਉਂਦੇ ਤੇ ਉਹ ਸਾਨੂੰ ਸਲਾਹਾਂ ਦਿੰਦੇ ਆ ਵੀ ਐਂ ਕਰ ਲਓ, ਐਂ ਕਰ ਲਓ। ਤੇ ਉਹਨਾਂ ਦੀਆਂ ਸਾਰੀਆਂ ਸਲਾਹਾਂ ਦਾ ਆਖਿਰ ਦੇ ਵਿੱਚ ਫਾਇਦਾ ਕਿਹਨੂੰ ਹੁੰਦਾ? ਉਹਨਾਂ ਕੰਪਨੀਆਂ ਨੂੰ, ਜਿਹੜੀਆਂ ਕੰਪਨੀਆਂ ਉਹਨਾਂ ਨੂੰ ਇਹ ਸਲਾਹਾਂ ਦੇਣ ਦਾ ਕਮਿਸ਼ਨ ਦਿੰਦੀਆਂ। ਹੁਣ ਤੁਸੀਂ ਦੇਖਣਾ ਵੀ ਤੁਸੀਂ ਆਪਣੀ ਖੇਤੀ ਆਪਣੇ ਹੱਥ 'ਚ ਕਰਨੀ ਹੈ ਕਿ ਕਮਿਸ਼ਨ ਖੋਰਾਂ ਦੇ ਧੱਕੇ ਚੜਾ ਕੇ ਕਾਰਪੋਰੇਟ ਦੇ ਹਵਾਲੇ ਕਰਨੀ ਹੈ। ਕੁੱਲ ਮਿਲਾ ਕੇ ਜੇਕਰ ਦੇਖੀਏ, ਜੇ ਮੈਂ ਹੁਣ ਜਿਵੇਂ ਮੈਂ ਇੱਕ ਕਿਸਾਨ ਦਾ ਪੁੱਤ ਬੈਠਾ, ਤਾਂ ਮੈਂ ਜਿਵੇਂ ਤੁਹਾਡੀਆਂ ਗੱਲਾਂ ਸੁਣੀਆਂ, ਜਿਵੇਂ ਤੁਸੀਂ ਸਕਸੈਸ ਰੇਟ ਦੀ ਗੱਲ ਕਰੀ ਆ, ਤਾਂ ਮੈਨੂੰ ਲੱਗਦਾ ਵੀ ਕਿਸਾਨ ਵੀਰਾਂ ਨੂੰ ਅੱਖਾਂ ਮੀਚ ਕੇ ਇਹਦੇ ਵੱਲ ਆਉਣਾ ਚਾਹੀਦਾ। ਚਲੋ ਕਿਉਂਕਿ ਵਿਸ਼ਵਾਸ ਕਰਨਾ ਬੜਾ ਔਖਾ ਹੁੰਦਾ। ਚਲੋ ਪਹਿਲੀ ਵਾਰੀ ਭਾਵੇਂ ਟਰਾਇਲ ਕਰ ਲੈਣ, ਪਰ ਕਰਨਾ ਲਾਜ਼ਮੀ ਜ਼ਰੂਰ ਚਾਹੀਦਾ। ਤੇ ਇੱਕ ਗੱਲ ਹੋਰ ਦੱਸੋ ਦਬੜੀ ਖਾਨਾ ਸਾਹਿਬ, ਜਿਵੇਂ ਕਿਸਾਨ ਵੀਰ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਆ, ਰਾਬਤਾ ਕਰਨਾ ਚਾਹੁੰਦੇ, ਤੁਹਾਡੇ ਨਾਲ ਜਿਹੜੇ ਜੁੜਨਾ ਚਾਹੁੰਦੇ ਆ ਪੱਕੇ ਤੌਰ ਤੇ, ਉਹ ਕਿਵੇਂ ਜੁੜ ਸਕਦੇ ਜ਼ਰਾ ਦੱਸੋ। ਤੁਹਾਡਾ ਜਿਹੜਾ ਪਹਿਲਾ ਪੁਆਇੰਟ ਆ ਮੈਂ ਉਹਦੇ ਤੇ ਗੱਲ ਕਰਨਾ। 4 ਕਨਾਲਾਂ ਕੋਈ ਵੀ ਬੰਦਾ ਜੀ ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚ ਮੇਰੇ ਨਾਂ ਤੇ ਟਰਾਇਲ ਕਰ ਸਕਦਾ ਜੀ। 4 ਕਨਾਲਾਂ, ਉਹਦੇ ਵਿੱਚੋਂ ਜੇ ਕੋਈ ਘਾਟਾ ਪੈ ਗਿਆ ਪੈਸੇ ਦੇਵਾਂਗਾ, ਖਰਚਾ ਦੇਵਾਂਗੇ। ਹਾਂ, ਜਿੰਨਾ ਘਾਟਾ ਪੈ ਗਿਆ ਉਹਨਾਂ ਖਰਚਾ, ਉਹਨਾਂ ਪੈਸਾ ਮੈਂ ਦੇਵਾਂ। ਠੀਕ ਹੈ, ਇਹ ਤਾਂ ਆਪਣੀ ਗਾਰੰਟੀ ਹੈ। ਠੀਕ ਹੈ, ਇੰਨੀ ਗਾਰੰਟੀ ਕਿਉਂ? ਕਿਉਂਕਿ ਸੱਚ ਨਾਲ ਖੜੇ ਆ, ਕੁਦਰਤ ਨੇ ਸੱਚ ਬਖਸ਼ਿਆ ਜੀ। 3 ਸਾਲਾਂ ਤੋਂ ਇਹ ਸੱਚ ਦਾ ਗਵਾਹ ਮੈਂ ਜੀ। ਖੇਤਾਂ ਦੇ ਵਿੱਚ ਰਹਿਣਾ ਮੈਂ ਜੀ, ਤੇ ਉਹ ਮੂਤਣ ਵੀ ਨਹੀਂ ਆਉਂਦੇ ਖੇਤ ਜੀ। ਠੀਕ ਹੈ। ਹੁਣ ਦੂਜੀ ਗੱਲ, ਜੇ ਸਾਡੇ ਨਾਲ ਕਿਸੇ ਨੇ ਸੰਪਰਕ ਕਰਨਾ ਤਾਂ ਮੇਰਾ ਜਿਹੜਾ ਫੋਨ ਨੰਬਰ ਹੈ ਉਹ ਹੈਗਾ 88 377 41682 88 377 41682। ਇਹਦੇ ਇਲਾਵਾ ਆਪਣਾ ਸੋਸ਼ਲ ਮੀਡੀਆ ਦਾ ਜਿਹੜਾ ਪਲੇਟਫਾਰਮ ਹੈ
YouTube ਤੇ ਆਪਣਾ ਚੈਨਲ ਹੈ ਨੈਚੁਰਲ ਫਾਰਮਿੰਗ ਕੁਦਰਤੀ ਖੇਤੀ। ਜੀ ਨੈਚੁਰਲ ਫਾਰਮਿੰਗ ਅੰਗਰੇਜ਼ੀ ਚ ਲਿਖਣਾ ਪਊਗਾ ਬਿਨਾ ਸਪੇਸ ਦਿੱਤੇ, ਤੇ ਕੁਦਰਤੀ ਖੇਤੀ ਸਪੇਸ ਦੇ ਕੇ ਪੰਜਾਬੀ ਚ। ਗੁਰਪ੍ਰੀਤ ਦਬੜੀ ਖਾਨਾ ਸਰਚ ਮਾਰ ਲੈਣ ਤਾਂ ਵੀ ਆ ਜਾਏਗਾ। ਠੀਕ ਹੈ ਜੀ। ਇੱਕ ਆਪਣਾ ਫੇਸਬੁੱਕ ਪੇਜ ਆ ਨੈਚੁਰਲ ਫਾਰਮਿੰਗ ਗੁਰਪ੍ਰੀਤ ਦਬੜੀ ਖਾਨਾ। ਤੁਸੀਂ ਗੂਗਲ ਤੇ ਸਿਰਫ ਗੁਰਪ੍ਰੀਤ ਦਬੜੀ ਖਾਨਾ ਭਰੋਗੇ ਤਾਂ ਦੋਨੇ ਪਲੇਟਫਾਰਮ ਤੁਹਾਡੇ ਸਾਹਮਣੇ ਆ ਜਾਣਗੇ, ਤੇ ਇਹਨਾਂ ਮਾਧਿਅਮਾਂ ਨਾਲ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੇ ਆਪਣੇ ਤਜਰਬੇ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਤੇ ਸਾਡੇ ਕੋਲੇ ਜਿੰਨੀ ਕੁ ਇਨਫੋਰਮੇਸ਼ਨ ਹੈਗੀ ਆ, ਨੌਲੇਜ ਹੈਗੀ ਆ, ਪਰਮਾਤਮਾ ਦੀ ਬਖਸ਼ਿਸ਼, ਉਹ ਅਸੀਂ ਤੁਹਾਡੇ ਨਾਲ ਲਗਾਤਾਰ ਇਦਾਂ ਹੀ ਸਾਂਝੀ ਕਰਦੇ ਰਹਾਂਗੇ। ਸਾਡੇ ਭਰਾਵਾਂ ਦਾ ਇੰਨਾ ਵਧੀਆ ਸੋਹਣਾ ਚੈਨਲ ਆ ਜਿਹੜਾ ਵਾਕਈ ਜੋ ਧਰਾਤਲ ਤੇ ਦਿਖਾਉਣਾ ਚਾਹੀਦਾ ਉਹਨੂੰ ਦਿਖਾਉਂਦਾ। ਚੈਨਲ ਹੋਰ ਵੀ ਬੜੇ ਆ, ਪਰ ਧਰਾਤਲ ਦੀਆਂ ਗੱਲਾਂ ਕਰਨ ਵਾਲਾ ਮੈਨੂੰ ਇਹ ਮੇਰੇ ਛੋਟੇ ਭਰਾ ਦਾ ਚੈਨਲ ਮਿਲਿਆ। ਬਹੁਤ ਬਹੁਤ ਸ਼ੁਕਰਾਨਾ ਤੁਹਾਡਾ, ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਹੀ, ਬਹੁਤ ਬਹੁਤ ਸ਼ੁਕਰਾਨਾ। ਅੱਛਾ, ਜਾਂਦੇ ਜਾਂਦੇ ਹੁਣ ਆਖਰੀ ਸੁਨੇਹਾ, ਕਿਉਂਕਿ ਅੱਜ ਸਮਾਂ ਇਜਾਜ਼ਤ ਨਹੀਂ ਦਿੰਦਾ। ਅੱਜ ਆਪਾਂ ਕਿਸਾਨ ਵੀਰਾਂ ਦੇ ਲਈ ਕੀ ਸਮਾਂ, ਮੈਂ ਇੱਥੇ ਦੱਸਣਾ ਚਾਹੂੰਗਾ ਕਿ ਸਮਾਂ ਸਾਡੇ ਕੋਲੇ ਬੜਾ ਘੱਟ ਸੀ, ਪਰ ਸਾਨੂੰ ਸੀ ਕਿ ਕਿਸਾਨ ਵੀਰ ਦੁਵਿਧਾ ਦੇ ਵਿੱਚ ਹੋਣਗੇ, ਕਿਉਂਕਿ ਹੁਣ ਜਿਹੜੀ ਬਿਜਾਈ ਆ ਪੂਰੇ ਜ਼ੋਰਾਂ ਤੇ ਆ, ਤਾਂ ਕਰਕੇ ਅੱਜ ਸਮਾਂ ਸਾਨੂੰ ਇਹੀ ਮਿਲਿਆ ਕਿ ਇੰਟਰਵਿਊ ਨੂੰ ਸ਼ੂਟ ਕਰਨ ਦੇ ਲਈ। ਅੱਛਾ ਬਾਈ ਜੀ, ਦੱਸਿਓ ਜਾਂਦੇ ਜਾਂਦੇ ਸੁਨੇਹਾ, ਆਖਰੀ ਸੁਨੇਹਾ ਸਾਡੇ ਕਿਸਾਨ ਭਰਾਵਾਂ ਦੇ ਲਈ, ਕਿਸਾਨ ਵੀਰਾਂ ਦੇ ਲਈ। ਆਖਰ ਦੇ ਵਿੱਚ ਮੈਂ ਇਹੀ ਸੁਨੇਹਾ ਦੇਣਾ ਚਾਹਾਂਗਾ ਕਿ ਸਾਨੂੰ ਆਪਣੇ ਖੇਤੀ ਤੋਂ ਲੈ ਕੇ ਆਪਣੇ ਜੀਵਨ ਨੂੰ ਸੰਵਾਰਨ ਵਾਸਤੇ ਜੇ ਕਿਤੋਂ ਗਾਈਡੈਂਸ ਲੈਣ ਦੀ ਲੋੜ ਹੈ ਜੀ, ਤਾਂ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੋਂ ਉਹ ਸੇਧ ਮਿਲੇਗੀ। ਤਾਂ ਸੇਧ ਲੈਣੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਲਓ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਜੀ ਮਤਲਬ ਕੁਦਰਤ ਦੀ ਮਹਿਮਾ ਗਾਈ ਗਈ ਹੈ। ਜੀ। ਤੇ ਜਦੋਂ ਆਪਾਂ ਪਰਾਲੀ ਸਾੜਦੇ ਹਾਂ ਤਾਂ ਅਸੀਂ ਗੁਰੂ ਨਾਨਕ ਦੇ ਖਿਲਾਫ ਖੜੇ ਹੁੰਦੇ ਹਾਂ। ਜੀ, ਅਸੀਂ ਪਵਨ ਗੁਰੂ ਦਾ ਵੀ ਸੱਤਿਆਨਾਸ਼ ਮਾਰ ਦਿੰਦੇ ਹਾਂ ਉਦੋਂ, ਜੀ। ਤੇ ਮਾਤਾ ਧਰਤ ਮਹੱਤ ਦੀ ਵੀ ਹਿੱਕ ਸਾੜਦੇ ਹਾਂ। ਜੀ, ਤਾਂ ਅਸੀਂ ਗੁਰੂ ਦੋਖੀ ਹੋ ਜਾਂਦੇ ਹਾਂ। ਠੀਕ ਹੈ ਜੀ। ਸਾਨੂੰ ਗੁਰੂ ਦੇ ਦੋਖੀ ਹੋਣ ਦੀ ਲੋੜ ਨਹੀਂ, ਕਿਉਂਕਿ ਅਸੀਂ ਗੁਰੂ ਵਾਲੇ ਹਾਂ। ਜੀ। ਤਾਂ ਜੇ ਅਸੀਂ ਗੁਰੂ ਵਾਲੇ ਹਾਂ ਤਾਂ ਗੁਰੂ ਮੁਤਾਬਕ ਚੱਲੋ, ਤੇ ਗੁਰੂ ਦੀ ਕਿਰਪਾ ਨਾਲ ਹੀ ਗਿਆਨ ਸਿੰਘ ਨੇ ਮਲਚੰਗ ਵਾਲਾ ਹੱਲ ਦਿੱਤਾ। ਜੀ। ਤੇ ਫਿਰ ਸਾਨੂੰ ਹੋਰ ਗੁਰੂ ਕੀ ਦੇ ਦੇ। ਜੀ। ਇਹਦੇ ਇਲਾਵਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਜੀ। ਲਖਿਆ, ਇਹ ਵੀ ਸਾਡੇ ਗੁਰੂ ਸਾਹਿਬਾਨ ਨੇ ਗੁਰਬਾਣੀ 'ਚ ਦੱਸਿਆ। ਇਹਦਾ ਸਿੱਧਾ ਸਿੱਧਾ ਸਪਸ਼ਟ ਜਿਹਾ ਮਤਲਬ ਕੀ ਹੈ ਵੀ ਕੁਦਰਤ ਪਰਮਾਤਮਾ ਦਾ ਘਰ ਹੈ। ਪਰਮਾਤਮਾ ਕੁਦਰਤ ਦੇ ਵਿੱਚ ਵਸਦਾ, ਜਿੱਥੇ ਕੋਈ ਵਸਦਾ ਹੋਵੇ ਉਹਦਾ ਘਰ ਹੁੰਦਾ। ਜੀ। ਤੇ ਜੇਕਰ ਅਸੀਂ ਕੁਦਰਤ ਦੇ ਵਿੱਚ ਖਿਲਵਾੜ ਕਰਾਂਗੇ, ਕੁਦਰਤ ਦੇ ਨਾਲ ਖਿਲਵਾੜ ਕਰਾਂਗੇ, ਤਾਂ ਪਰਮਾਤਮਾ ਨੂੰ ਪਿਆਰ ਤਾਂ ਨਹੀਂ ਆਊਗਾ ਫਿਰ ਸਾਡੇ ਤੇ। ਮੈਂ ਤੁਹਾਡੇ ਘਰੇ ਆਵਾਂ, ਤੁਸੀਂ ਮੈਨੂੰ ਚਾਹ ਛਕਾਓ, ਪ੍ਰਸ਼ਾਦਾ ਛਕਾਓ, ਉਦੋਂ ਬਾਅਦ ਮੈਂ ਭਾਂਡੇ ਮਾਰਾਂ ਕੰਧ 'ਚ ਤੇ ਮੇਜ਼ ਨੂੰ ਮਾਰਾਂ ਲੱਤ, ਤੇ ਫਿਰ ਮੇਰੇ ਨਾਲ ਕੀ ਹੋ? ਜੀ। ਮੈਂ ਤੁਹਾਡੇ ਘਰ ਦੀ ਮਰਿਆਦਾ ਭੰਗ ਕੀਤੀ ਤਾਂ ਉਹਦਾ ਮੈਨੂੰ ਖਮਿਆਜਾ ਭੁਗਤਣਾ ਪਊਗਾ ਜੀ। ਠੀਕ ਹੈ ਜੀ। ਤੇ ਅਸੀਂ ਪਰਮਾਤਮਾ ਦੇ ਘਰ ਦੀ ਮਰਿਆਦਾ ਭੰਗ ਕਰਦੇ ਪਏ ਹਾਂ ਲਗਾਤਾਰ, ਤੇ ਉਹਦਾ ਖਮਿਆਜਾ ਵੀ ਭੁਗਤਣਾ ਪਊ, ਜੀ, ਤੇ ਬਿਲਕੁਲ। ਭੁਗਤ ਵੀ ਰਹੇ ਹਾਂ। ਜੀ। ਤੇ ਸਾਨੂੰ ਇਸੇ ਰੌਸ਼ਨੀ ਦੇ ਵਿੱਚ ਪਰਮਾਤਮਾ ਨੇ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਇੰਨੀ ਸੋਹਣੀ ਸੇਧ ਦੇਣ ਵਾਲਾ ਗੁਰੂ ਗ੍ਰੰਥ ਦੇਤਾ। ਜੀ। ਤੇ ਯਾਰ ਗੁਰੂ ਤੋਂ ਸੇਧ ਹੀ ਲੈ ਕੇ ਅੱਗੇ ਵਧਣਾ ਹੁੰਦਾ। ਜੀ। ਤੇ ਗੁਰੂ ਤੋਂ ਸੇਧ ਲੈ ਲਓ। ਉੱਥੇ ਇਹ ਵੀ ਲਿਖਿਆ ਆਖਰ ਦੇ ਵਿੱਚ ਜਿਹੜੀ ਗੱਲ ਮੈਂ ਕਹਿਣੀ ਚਾਹਣਾ, ਕਿਸੇ ਹੋਰ ਨੇ ਤੁਹਾਡਾ ਬੇੜਾ ਬੰਨੇ ਨਹੀਂ ਲਾਉਣਾ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਇਸ ਸੁਨੇਹੇ ਦੇ ਨਾਲ ਤੁਸੀਂ ਜਿਹੜਾ ਹੈਗਾ ਇੱਕ ਸੰਕਲਪ ਲੈ ਲਓ ਕਿ ਭਾਈ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਆਪਣਾ ਕੰਮ ਆਪ ਹੀ ਸਵਾਰਨਾ। ਜੀ। ਓਟ ਉਹਦੀ ਲੈਣੀ ਹੈ, ਬਿਲਕੁਲ। ਕੰਮ ਆਪ ਸਵਾਰਨਾ। ਤੇ ਆ ਕਾਲੀਆਂ ਕਾਂਗਰਸੀਆਂ ਦੀ ਓਟ ਲੈਣ ਦੀ ਕੋਈ ਲੋੜ ਨਹੀਂ। ਜੀ। ਦਬੜੀ ਖਾਨਾ ਸਾਹਿਬ, ਤੁਸੀਂ ਅੱਜ ਆਪਣੇ ਕੀਮਤੀ ਸਮੇਂ 'ਚ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਅਸੀਂ ਇਹੀ ਆਸ ਕਰਦੇ ਕਿ ਜਿਹੜੇ ਕਿਸਾਨ ਵੀਰ ਸਾਡੇ ਨਾਲ ਜੁੜੇ ਆ, ਸੋਨੂੰ ਤੁਹਾਡੇ ਨਾਲ ਜੁੜੇ ਹੋਏ ਆ, ਉਹ ਤੁਹਾਡੇ ਇਸ ਵਿਧੀ ਨੂੰ ਜਿਹੜਾ ਵੱਧ ਚੜ੍ਹ ਕੇ ਜ਼ਰੂਰ ਹਿੱਸਾ ਪਾਉਣਗੇ, ਥੋੜ੍ਹਾ ਬਹੁਤਾ ਟਰਾਇਲ ਜ਼ਰੂਰ ਕਰਨਗੇ, ਕਿਉਂਕਿ ਪਹਿਲੇ ਹੱਲ ਉਹਨਾਂ ਨੇ ਕਿਸਾਨਾਂ ਦੇ ਵਰਤ ਕੇ ਦੇਖ ਲਏ, ਉਹ ਜਿਹੜੇ ਕਾਰਪੋਰੇਟਾਂ ਦੇ ਹੱਲ ਸੀ, ਕੇਂਦਰ ਦੇ ਸਰਕਾਰਾਂ ਦੇ ਹੱਲ ਸੀ, ਪਰ ਇਹ ਕਿਸਾਨ ਦਾ ਹੱਲ ਆ, ਇਹਨੂੰ ਵਰਤ ਕੇ ਜ਼ਰੂਰ ਦੇਖਣਗੇ। ਤੁਸੀਂ ਆਪਣੇ ਕੀਮਤੀ ਸਮੇਂ 'ਚ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਸੋ ਮੇਰੇ ਨਾਲ ਬਾਈ ਗੁਰਪ੍ਰੀਤ ਸਿੰਘ ਦਬੜੀ ਖਾਨਾ ਸੀ। ਬਾਈ ਜੀ ਨੇ ਮਲਚਿੰਗ ਵਿਧੀ ਦੀ ਗੱਲਬਾਤ ਕੀਤੀ ਆ। ਸੋ ਅਸੀਂ ਆਪਣੇ ਮਾਧਿਅਮ ਦੇ ਜ਼ਰੀਏ ਵੀ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਪਹਿਲਾਂ ਵਾਲੇ ਹੱਲ ਜਿਹੜੇ ਸਰਕਾਰਾਂ ਨੇ, ਕਾਰਪੋਰੇਟਾਂ ਨੇ ਸਾਨੂੰ ਦਿੱਤੇ ਸੀ, ਅਸੀਂ ਉਹ ਵਰਤੇ ਆ, ਉਹ ਵਰਤ ਵੀ ਰਹੇ ਆ। ਛੋਟਾ ਕਿਸਾਨ ਜਿਹੜਾ 2-4 ਕਿੱਲਿਆਂ ਵਾਲਾ, ਉਹ ਵੀ ਉਹਨੂੰ ਵਰਤਣ ਦੇ ਵਿੱਚ ਜਾਂਦਾ ਹੈ, ਪਰ ਉਹਦੇ ਵਰਤਣ ਦੇ ਵਿੱਚ ਤੁਸੀਂ ਖੁਦ ਸੋਚੋ ਕਿ ਸਾਡਾ ਪੈਸਾ, ਜਿੱਦਾਂ ਬਾਈ ਜੀ ਨੇ ਦੱਸਿਆ ਕਿ ਪੈਸਾ ਕਿੰਨਾ ਵੇਸਟ ਹੁੰਦਾ ਆ। ਵੱਡੀ ਗੱਲ ਮੈਨੂੰ ਇੱਕ ਜਿਹੜੀ ਗੱਲ ਬਾਈ ਜੀ ਦੀ ਚੰਗੀ ਲੱਗੀ ਆ, ਉਹ ਇਹ ਆ ਕਿ
ਕਿ ਜਦੋਂ ਮੈਂ ਪੁੱਛਿਆ ਕਿ ਬਾਈ ਜੀ ਪਹਿਲੀਆਂ ਜਿਹੜੇ ਹੱਲ ਸੀ ਉਹ ਫੇਲ ਹੋ ਗਏ, ਫਿਰ ਇਹ ਕਿਉਂ ਸਕਸੈਸ ਆ, ਤਾਂ ਬਾਈ ਜੀ ਨੇ ਇੱਕ ਗੱਲ ਕਹੀ ਸੀ ਕਿ ਇਹ ਤਾਂ ਸਕਸੈਸ ਆ, ਇਹ ਹੱਲ ਇੱਕ ਕਿਸਾਨ ਨੇ ਦਿੱਤਾ, ਕਿਸੇ ਕਾਰਪੋਰੇਟ ਨੇ ਨਹੀਂ ਦਿੱਤਾ, ਕਿਸੇ ਵੱਡੇ ਘਰਾਣੇ ਨੇ ਨਹੀਂ ਦਿੱਤਾ, ਜਾਂ ਏਸੀਆਂ ਦੇ ਵਿੱਚ ਬੈਠ ਕੇ ਨਹੀਂ ਕਿਸੇ ਨੇ ਦਿੱਤਾ। ਇੱਕ ਕਿਸਾਨ ਨੇ ਆਪਣੇ ਪਿੰਡੇ ਤੇ ਹੰਡਾਈ ਆ, ਉਸ ਤੋਂ ਬਾਅਦ ਇਹ ਹੱਲ ਜਿਹੜਾ ਕੱਢਿਆ। ਬਾਈ ਜੀ ਨੇ ਇੱਥੋਂ ਤੱਕ ਗਾਰੰਟੀ ਵੀ ਲਈ ਆ ਕਿ 4 ਕਨਾਲਾਂ ਬੀਜ ਕੇ ਦੇਖ ਲਓ, ਮੇਰਾ ਟਰਾਇਲ ਕਰਕੇ ਦੇਖ ਲਓ, ਜੇ ਤੁਹਾਨੂੰ ਘਾਟਾ ਪੈ ਗਿਆ ਤਾਂ ਉਹਦੇ ਪੈਸੇ ਵੀ ਮੈਂ ਦੇ ਦੂੰ। ਤਾਂ ਮੈਨੂੰ ਲੱਗਦਾ ਕਿਸਾਨ ਵੀਰਾਂ ਨੂੰ ਇਸ ਤੋਂ ਸੁਨਹਿਰੀ ਮੌਕਾ ਨਹੀਂ ਮਿਲ ਸਕਦਾ। ਬਾਕੀ ਜੇ ਹੋਰ ਵੀ ਕਿਸਾਨ ਵੀਰ ਸੰਪਰਕ ਕਰਨਾ ਚਾਹੁੰਦੇ ਆ, ਰਾਬਤਾ ਕਰਨਾ ਚਾਹੁੰਦੇ, ਤਾਂ ਬਾਈ ਜੀ ਦਾ ਜਿਹੜਾ ਚੈਨਲ ਆ ਨੈਚੁਰਲ ਫਾਰਮਿੰਗ, ਤੁਸੀਂ ਉਹਦੇ ਤੇ ਬਾਈ ਜੀ ਨਾਲ ਰਾਬਤਾ ਕਰ ਸਕਦੇ ਹੋ। ਬਾਈ ਜੀ ਦਾ ਸੰਪਰਕ ਨੰਬਰ ਜਿਹੜਾ ਬਾਈ ਜੀ ਨੇ ਵਿੱਚ ਬੋਲਿਆ, ਤੁਸੀਂ ਬਾਈ ਦੇ ਸੰਪਰਕ ਬਾਈ ਜੀ ਨਾਲ ਕਰ ਸਕਦੇ ਹੋ, ਜਾਂ ਫਿਰ RMB ਟੈਲੀਵਿਜ਼ਨ ਨਾਲ ਸੰਪਰਕ ਕਰੋ, ਅਸੀਂ ਤੁਹਾਨੂੰ ਬਾਈ ਜੀ ਨਾਲ ਤੁਹਾਡਾ ਰਾਬਤਾ ਜਿਹੜਾ ਜ਼ਰੂਰ ਕਰਵਾਵਾਂਗੇ। ਇਦਾਂ ਦੀਆਂ ਮੁਲਾਕਾਤਾਂ ਲੈ ਕੇ ਅੱਗੇ ਵੀ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਗਰੇਵਾਲ ਦੇ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।